सतनाम वाहिगुरु साहिब जी। एक ओंकार सतनाम करता पुरख निर्भौ निर्वैर अकाल मूरत अजुनी सैभं गुरु प्रसाद। मन्नै पावै मोख द्वार मन्नै परवारै साधार। मन्नै तरै तारे गुर सिख मन्नै नानक भवै ना भिख। ऐसा नाम निरंजन होए जे को मन जानै मन कोए। ऐसा नाम निरंजन होए जे को मन जानै मन कोए। जुगो जुग अटल शब्द गुरु धन साहिब श्री गुरु ग्रंथ साहिब जी की पवित्र हजूरी का निग माणदे होए ਅੰਮ੍ਰਿਤ ਵੇਲੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਅੰਮ੍ਰਿਤ ਵੇਲੇ ਦੇ ਨੇਮ ਤੋਂ ਉਪਰੰਤ ਗੁਰਬਾਣੀ ਦਾ ਰਸ ਪੀਣਾ ਕੀਰਤਨ ਆਪ ਜੀ ਸਤਿਕਾਰਯੋਗ ਭਾਈ ਸਾਹਿਬ ਪਾਸੋਂ ਸਰਵਣ ਕਰ ਰਹੇ ਸੀ। ਉਪਰੰਤ ਚੱਲ ਰਹੀ ਲੜੀਵਾਰ ਗੁਰੂ ਨਾਨਕ ਪਾਤਸ਼ਾਹ ਜੀ ਦੀ ਅਸੀਮ ਰਚਨਾ ਜਪਜੀ ਸਾਹਿਬ ਜੀ ਦੀ ਕਥਾ ਵਿਚਾਰ ਸਰਵਣ ਕਰਨ ਦੇ ਲਈ ਆਪਾਂ ਸਾਰੇ ਗੁਰੂ ਦੇ ਸਨਮੁਖ ਹੋਏ ਹਾਂ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਆਓ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਪਣੀ ਹਾਜ਼ਰੀ ਲਗਵਾਉਂਦੇ ਹੋਏ ਫਤਿਹ ਨਾਲ ਸਾਂਝ ਪਾਓ। ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਲੜੀ ਦੇ ਵਿੱਚ ਆਪਾਂ 14 ਪੌੜੀਆਂ ਦੀ ਵਿਚਾਰ ਕਰ ਚੁੱਕੇ ਹਾਂ। ਅੱਜ 15ਵੀਂ ਪੌੜੀ ਦੀ ਵਿਚਾਰ ਆਰੰਭ ਕਰਨੀ ਹੈ। ਮੰਨੈ ਦੀਆਂ 4 ਪੌੜੀਆਂ ਗੁਰੂ ਸਾਹਿਬਾਨ ਨੇ ਉਚਾਰਨ ਕੀਤੀਆਂ ਹਨ ਤੇ ਮੰਨੈ ਦੀਆਂ ਇਹਨਾਂ 4 ਪੌੜੀਆਂ ਦੇ ਵਿੱਚੋਂ ਅੱਜ ਅੰਤਮ ਪੌੜੀ ਦੀ ਵਿਚਾਰ ਹੈ। ਇਹਨਾਂ ਚਾਰੋਂ ਪੌੜੀਆਂ ਦੇ ਵਿੱਚ ਗੁਰੂ ਸਾਹਿਬਾਨ ਨੇ 4 ਵਾਰ ਹੀ ਇਹ ਜ਼ਿਕਰ ਕੀਤਾ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ। ਪਰਮਾਤਮਾ ਦਾ ਨਾਮ ਸਰਬ ਸ੍ਰੇਸ਼ਟ ਹੈ, ਸਰਬ ਉੱਤਮ ਹੈ, ਮਾਇਆ ਦੀ ਕਾਲਖ ਤੋਂ ਰਹਿਤ ਹੈ। ਤੇ ਜੇ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਜਾਈਏ, ਜਿਹੜਾ ਵੀ ਕੋਈ ਇਸ ਪ੍ਰਤੀ ਯਤਨ ਕਰਦਾ ਹੈ, ਨਾਮ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲੈਂਦਾ ਹੈ, ਇਹ ਨਾਮ ਉਸ ਨੂੰ ਵੀ ਮਾਇਆ ਦੀ ਕਾਲਖ ਤੋਂ ਰਹਿਤ ਕਰ ਦਿੰਦਾ ਹੈ। ਭਾਵ ਉਸ ਦੇ ਅੰਦਰੋਂ ਕੂੜ ਦੀ ਪਾਲ ਤੋੜ ਦਿੰਦਾ ਹੈ ਅਤੇ ਉਹਨੂੰ ਇੱਕ ਸੱਚਿਆਰਾ ਮਨੁੱਖ ਬਣਾ ਦਿੰਦਾ ਹੈ। ਇਹ ਬਾਰ-ਬਾਰ ਗੁਰੂ ਸਾਹਿਬਾਨ ਨੇ ਜ਼ਿਕਰ ਕੀਤਾ ਹੈ ਨਾਮ ਦੀ ਮਹੱਤਤਾ ਦਾ ਇਹਨਾਂ 4 ਪੌੜੀਆਂ ਦੇ ਵਿੱਚ। ਆਓ ਅਖਰੀ ਅਰਥ ਸਮਝਣ ਦਾ ਯਤਨ ਕਰੀਏ, ਉਸ ਤੋਂ ਬਾਅਦ ਇਹਨਾਂ ਵਿੱਚ ਅੱਜ ਦੀ ਇਸ ਪੌੜੀ ਦੀ ਵਿਚਾਰ ਨੂੰ ਖੋਲ੍ਹਣ ਦਾ ਯਤਨ ਕਰਾਂਗੇ। ਮੰਨੈ ਪਾਵੈ ਮੋਖ ਦੁਆਰ। ਮੋਖ ਦੁਆਰ ਤੋਂ ਭਾਵ ਹੁੰਦਾ ਮੁਕਤੀ ਦਾ ਦੁਆਰ। ਪਰ ਇੱਥੇ ਅਸਲ ਦੇ ਵਿੱਚ ਕਿਹੜੀ ਮੁਕਤੀ ਹੈ, ਇਸ ਨੂੰ ਅੱਗੇ ਖੋਲਾਂਗੇ। ਗੁਰੂ ਸਾਹਿਬ ਕਹਿੰਦੇ ਜੇ ਪਰਮਾਤਮਾ ਦੇ ਨਾਮ ਦੀ ਲਗਨ ਮਨ ਵਿੱਚ ਲੱਗ ਜਾਏ, ਨਾਮ ਅੰਦਰ ਪੱਕਾ ਹੋ ਜਾਏ, ਨਾਮ ਦੇ ਵਿੱਚ ਮਨ ਪਤੀਜ ਜਾਏ, ਤਾਂ ਉਹ ਮਨੁੱਖ ਮੁਕਤੀ ਦਾ ਦੁਆਰ ਭਾਵ ਕੂੜ ਤੋਂ ਖਲਾਸੀ ਪਾਉਣ ਦਾ ਰਾਹ ਲੱਭ ਲੈਂਦੇ ਹਨ। ਵਿਕਾਰਾਂ ਤੋਂ ਜਿਹੜੀ ਕੂੜ ਦੀ ਪਾਲ ਟੁੱਟੀ ਹੋਈ ਹੈ, ਇਸ ਪਾਲ ਨੂੰ ਕਿਵੇਂ ਤੋੜਨਾ ਅਤੇ ਕਿਵੇਂ ਸੱਚਿਆਰਾ ਮਨੁੱਖ ਬਣਨਾ ਹੈ, ਇਹ ਰਾਹ ਲੱਭ ਲੈਂਦੇ ਹਨ। ਮੰਨੈ ਪਰਵਾਰੈ ਸਾਧਾਰ। ਪਰਮਾਤਮਾ ਦਾ ਨਾਮ ਜੇ ਦਿਲੋਂ ਮਨੋਂ ਮੰਨ ਲਿਆ ਜਾਏ, ਜੇ ਨਾਮ ਦੇ ਅੰਦਰ ਲਗਨ ਲੱਗ ਜਾਏ, ਤਾਂ ਐਸਾ ਮਨੁੱਖ ਆਪਣੇ ਪਰਿਵਾਰ ਨੂੰ ਭਾਵ ਆਪਣੇ ਸੰਗੀ ਸਾਥੀਆਂ ਨੂੰ ਵੀ ਨਾਮ ਦੀ ਲਗਨ ਦ੍ਰਿੜ ਕਰਵਾ ਦਿੰਦਾ ਹੈ। ਉਹਨਾਂ ਦੇ ਅੰਦਰ ਵੀ ਨਾਮ ਪੱਕਾ ਕਰ ਦਿੰਦਾ ਹੈ, ਉਹਨਾਂ ਦੇ ਅੰਦਰ ਵੀ ਨਾਮ ਪ੍ਰਤੀ ਇੱਕ ਲਗਨ ਪੈਦਾ ਕਰ ਦਿੰਦਾ ਹੈ। ਪਰਿਵਾਰ ਹੈ ਸਾਧਾਰ। ਪਰਿਵਾਰ ਹੈ ਸਾਧਾਰ ਤੋਂ ਭਾਵ ਹੁੰਦਾ ਦ੍ਰਿੜ ਕਰ ਦੇਣਾ, ਉਹਨਾਂ ਦੇ ਅੰਦਰ ਨਾਮ
ਜਿਹੜੇ ਉਸਦੇ ਸੰਗੀ ਸਾਥੀ ਨੇ, ਜਿਨ੍ਹਾਂ ਦੇ ਨਾਲ ਉਹਨਾਂ ਦੀ ਸੰਗਤ ਬਣਦੀ ਹੈ। ਮੰਨੈ ਤਰੈ ਤਾਰੇ ਗੁਰ ਸਿੱਖ, ਦਿਲੋਂ ਮਨੋਂ ਪਰਮਾਤਮਾ ਦਾ ਨਾਮ ਮੰਨਣ ਕਰਕੇ ਗੁਰੂ ਤਾਂ ਸੰਸਾਰ ਸਾਗਰ ਤੋਂ ਪਾਰ ਹੁੰਦਾ ਹੈ, ਉਹ ਆਪ ਤਾਂ ਤਰਿਆ ਹੁੰਦਾ ਹੈ ਸੰਸਾਰ ਸਾਗਰ ਤੋਂ, ਪਰ ਆਪਣੇ ਸਿੱਖਾਂ ਨੂੰ ਵੀ ਸੰਸਾਰ ਸਾਗਰ ਤੋਂ ਪਾਰ ਲੰਘਾ ਦਿੰਦਾ ਹੈ। ਮੰਨੈ ਤਰੈ, ਗੁਰੂ ਤਾਂ ਆਪ ਤਰਿਆ ਹੋਇਆ ਹੈ। ਦਿਲੋਂ ਮਨੋਂ ਪਰਮਾਤਮਾ ਦਾ ਨਾਮ ਮੰਨਣ ਕਰਕੇ, ਨਾਮ ਦੀ ਲਗਨ ਆਪਣੇ ਅੰਦਰ ਪੈਦਾ ਕਰਨ ਕਰਕੇ, ਨਾਮ ਦੇ ਨਾਲ ਜੁੜ ਕੇ ਪਰਮਾਤਮਾ ਦੇ ਨਾਲ ਇਕਮਿਕ ਹੋਣ ਕਰਕੇ ਗੁਰੂ ਤਾਂ ਸੰਸਾਰ ਸਾਗਰ ਤੋਂ ਪਾਰ ਹੈ, ਪਰ ਆਪਣੇ ਸਿੱਖਾਂ ਨੂੰ ਵੀ ਇਸ ਸੰਸਾਰ ਸਾਗਰ ਤੋਂ ਪਾਰ ਕਰ ਦਿੰਦਾ ਹੈ। ਤਰੈ ਤਾਰੇ ਗੁਰ ਸਿੱਖ, ਮੰਨੈ ਨਾਨਕ ਪਵੈ ਨਾ ਭਿਖ। ਹੈ ਨਾਨਕ, ਜਿਨ੍ਹਾਂ ਨੇ ਦਿਲੋਂ ਮਨੋਂ ਪਰਮਾਤਮਾ ਦਾ ਨਾਮ ਮੰਨ ਲਿਆ, ਜਿਨ੍ਹਾਂ ਦਾ ਨਾਮ ਦੇ ਵਿੱਚ ਮਨ ਪਤੀਜ ਗਿਆ, ਉਹਨਾਂ ਦੀ ਧਿਰ ਧਿਰ ਦੀ ਮੁਥਾਜੀ ਖਤਮ ਹੋ ਜਾਂਦੀ ਹੈ। ਭਵੈ ਨਾ ਭਿਖ, ਭਿਖ ਤੋਂ ਭਾਵ ਹੁੰਦਾ ਭਿੱਖਿਆ ਮੰਗਣਾ, ਘਰ ਘਰ ਦੇ ਵਿੱਚ ਉਹਨਾਂ ਦੀ ਮੁਥਾਜੀ ਕਰਨਾ। ਗੁਰੂ ਸਾਹਿਬ ਕਹਿੰਦੇ ਹੈ ਕਿ ਜਿਹੜੇ ਪਰਮਾਤਮਾ ਦਾ ਨਾਮ ਜੇ ਮੰਨ ਲਿਆ ਜਾਏ ਤੇ ਫਿਰ ਉਹਨਾਂ ਦੀ ਧਿਰ ਧਿਰ ਦੀ ਮੁਤਾਜੀ ਖਤਮ ਹੋ ਜਾਂਦੀ ਹੈ। ਉਹਨਾਂ ਦੇ ਅੰਦਰ ਇੱਕ ਦ੍ਰਿੜਤਾ ਪੈਦਾ ਹੁੰਦੀ ਹੈ, ਇੱਕ ਅਣਖ ਪੈਦਾ ਹੁੰਦੀ ਹੈ, ਇੱਕ ਸਵੈਮਾਨ ਪੈਦਾ ਹੁੰਦਾ ਹੈ। ਉਹ ਧਿਰ ਧਿਰ ਦੀ ਮੁਤਾਜੀ ਤੋਂ ਰਹਿਤ ਹੋ ਜਾਂਦੇ ਹੈ। ਕਿਉਂ? ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ। ਕਿਉਂਕਿ ਪਰਮਾਤਮਾ ਦਾ ਨਾਮ ਸਰਬ ਸ੍ਰੇਸ਼ਟ ਹੈ, ਸਰਬ ਉੱਤਮ ਹੈ, ਮਾਇਆ ਦੀ ਕਾਲਖ ਤੋਂ ਰਹਿਤ ਹੈ। ਅਤੇ ਜਿਉਂ-ਜਿਉਂ ਕੋਈ ਪਰਮਾਤਮਾ ਦੇ ਨਾਮ ਦੇ ਨਾਲ ਜੁੜਦਾ ਹੈ, ਇਹ ਸਾਰੀਆਂ ਤਬਦੀਲੀਆਂ ਉਸ ਦੇ ਅੰਦਰ ਵੀ ਆਉਂਦੀਆਂ, ਉਸ ਦਾ ਵੀ ਜੀਵਨ ਮਾਇਆ ਦੀ ਕਾਲਖ ਤੋਂ ਰਹਿਤ ਹੋ ਜਾਂਦਾ ਹੈ। ਉਹ ਵਿਕਾਰਾਂ ਤੋਂ ਖਲਾਸੀ ਪਾਉਣ ਦਾ ਰਾਹ ਲੱਭ ਲੈਂਦਾ ਹੈ। ਉਹ ਆਪਣੇ ਸੰਗੀਆਂ ਸਾਥੀਆਂ ਨੂੰ ਤਾਰ ਦਿੰਦਾ ਹੈ, ਗੁਰੂ ਦੀ ਸ਼ਰਨ ਦੇ ਵਿੱਚ ਰਹਿੰਦਾ ਹੈ ਅਤੇ ਸੰਸਾਰ ਸਾਗਰ ਤੋਂ ਪਾਰ ਹੋ ਜਾਂਦਾ ਹੈ ਅਤੇ ਉਸ ਦੀ ਧਿਰ ਧਿਰ ਦੀ ਮੁਤਾਜੀ ਖਤਮ ਹੋ ਜਾਂਦੀ ਹੈ। ਕਿਉਂਕਿ ਸਰਬ ਸ੍ਰੇਸ਼ਟ ਹੈ ਪਰਮਾਤਮਾ ਦਾ ਨਾਮ। ਪਰ ਇਹ ਉਸ ਦੇ ਅੰਦਰ ਹੀ ਇਹ ਚੀਜ਼ ਪੈਦਾ ਹੋਏਗੀ, ਉਹੀ ਇਸ ਗੱਲ ਨੂੰ ਸਮਝੇਗਾ ਕਿ ਸਰਬ ਸ੍ਰੇਸ਼ਟ ਹੈ ਨਾਮ, ਅਤੇ ਨਾਮ ਮੇਰੇ ਜੀਵਨ ਨੂੰ ਤਾਰ ਸਕਦਾ ਹੈ। ਜਿਹੜਾ ਆਪਣੇ ਅੰਦਰ ਨਾਮ ਪ੍ਰਤੀ ਲਗਨ ਲਾ ਕੇ ਵੇਖੇਗਾ, ਜਿਸ ਦੇ ਅੰਦਰ ਇਹ ਲਗਨ ਪੈਦਾ ਹੋ ਜਾਏਗੀ। ਜੇ ਕੋ ਮਨ ਜਾਣੈ ਮਨ ਕੋਏ। ਗੁਰੂ ਸਾਹਿਬ ਨੇ ਇਸ ਨਾਮ ਦੀ ਮਹੱਤਤਾ ਨੂੰ ਸਾਨੂੰ ਬਾਰ-ਬਾਰ ਇਹਨਾਂ 4 ਪੌੜੀਆਂ ਦੇ ਵਿੱਚ ਜ਼ਿਕਰ ਕਰਕੇ ਸਮਝਾਉਣ ਦਾ ਯਤਨ ਕੀਤਾ ਹੈ। ਅਸੀਂ ਪਿਛਲੀ ਵਾਰ, ਜੇ ਤੁਸੀਂ ਥੋੜ੍ਹਾ ਜਿਹਾ ਲੜੀ ਨੂੰ ਜੋੜਨ ਦੇ ਲਈ ਅਗਰ ਤੁਸੀਂ ਧਿਆਨ ਨਾਲ ਸੁਣਿਆ ਹੋਵੇ, ਤਾਂ ਅਸੀਂ ਵਿਚਾਰ ਇਹ ਕੀਤੀ ਸੀ ਕਿ ਪਰਮਾਤਮਾ ਦਾ ਨਾਮ ਜਦੋਂ ਅਸੀਂ ਜਪਦੇ ਹਾਂ ਅਤੇ ਇਹਨੂੰ ਕਿਸ ਢੰਗ ਦੇ ਨਾਲ ਜਪਣਾ ਹੈ। ਇੱਕ ਤਾਂ ਬਚਨਾ ਕਰਕੇ, ਮਨ ਕਰਕੇ ਅਤੇ ਕਰਮਾਂ ਕਰਕੇ। ਪਹਿਲਾਂ ਮਨ ਕਰਕੇ ਹੈ, ਬਚਨਾ ਕਰਕੇ ਹੈ ਅਤੇ ਕਰਮਾਂ ਕਰਕੇ ਹੈ। ਲੇਕਿਨ ਬਚਨਾ ਕਰਕੇ ਪਹਿਲੇ ਜਪਣਾ ਹੈ। ਬਚਨਾ ਕਰਕੇ ਜਪਣ ਤੋਂ ਭਾਵ ਹੈ ਜਦੋਂ ਅਸੀਂ ਰਸਨਾ ਦੇ ਨਾਲ ਜਪਦੇ ਹਾਂ। ਰਸਨਾ ਜਪਤੀ ਤੂੰ ਹੀ ਤੂੰ ਹੀ। ਜਿਉਂ-ਜਿਉਂ ਰਸਨਾ ਦੇ ਨਾਲ ਜਪਦੇ ਹਾਂ, ਜਪਦਿਆਂ ਉਹ ਮਨ ਦੇ ਵਿੱਚ ਵਸ ਜਾਂਦਾ, ਅੰਦਰ ਵਸਦਾ ਹੈ ਅਤੇ ਮਨ ਜਾਗਰਤ ਹੋ ਜਾਂਦਾ, ਮਨ ਸੁਚੇਤ ਹੋ ਜਾਂਦਾ, ਵਿਕਾਰਾਂ ਦੇ ਹੱਲਿਆਂ ਤੋਂ ਰਹਿਤ ਹੋ ਜਾਂਦਾ। ਮਨ ਦੇ ਅੰਦਰ ਜਦੋਂ ਵਸਦਾ ਹੈ ਅਤੇ ਫਿਰ ਤੀਜਾ ਹੈ ਕਰਮਾਂ ਕਰਕੇ। ਇੱਥੇ ਆਪਾਂ ਸਮਾਪਤੀ ਕੀਤੀ ਸੀ। ਕਰਮਾਂ ਕਰਕੇ ਜਪਣ ਤੋਂ ਭਾਵ ਇਹ ਹੈ ਕਿ ਜਦੋਂ ਅਸੀਂ ਪਰਮਾਤਮਾ ਦਾ ਨਾਮ ਇਸ ਰਸਨਾ ਦੇ ਨਾਲ ਜਪਿਆ, ਉਹ ਸਾਡੇ ਅੰਦਰ ਵਸ ਗਿਆ ਅਤੇ ਫਿਰ ਉਹਨੂੰ ਆਪਣੇ ਕਰਮਾਂ ਦੇ ਵਿੱਚ ਲਿਆਉਣਾ, ਆਪਣੀ ਐਕਸ਼ਨ ਦੇ ਵਿੱਚ ਲਿਆਉਣਾ। ਸਾਡੇ ਵਰਤੋਂ ਵਿਹਾਰ ਦੇ ਵਿੱਚ ਨਾਮ ਦੀ ਝਲਕ ਨਜ਼ਰ ਆਵੇ, ਉਹ ਕਰਮਾਂ ਕਰਕੇ ਜਪਣਾ ਹੈ। ਸਾਡਾ ਉੱਠਣਾ, ਬੈਠਣਾ, ਖਾਣਾ, ਪੀਣਾ, ਚੱਲਣਾ, ਫਿਰਨਾ, ਸਮਾਜ ਦੇ ਵਿੱਚ ਵਰਤਾਰਾ, ਇਹ ਨਾਮ ਅਨੁਸਾਰੀ ਹੋ ਜਾਏ, ਇਹ ਕਰਮਾਂ ਕਰਕੇ ਹੈ। ਤਾਂ ਹੀ ਉਹ ਜਿਹੜਾ ਬਚਨਾ ਤੋਂ ਸ਼ੁਰੂ ਹੋਇਆ, ਉਸ ਦੀ ਸਫਲਤਾ ਇੱਥੇ ਆ ਕੇ ਹੈ। ਜੇ ਇੱਥੇ ਨਹੀਂ ਪਹੁੰਚਦੇ ਫਿਰ ਉਹ ਅਧੂਰਾ ਹੈ। ਫਿਰ ਸਮਝੋ ਅਸੀਂ ਨਾਮ ਨੂੰ ਨਾ ਸਮਝਿਆ, ਨਾ ਉਸ ਤਰੀਕੇ ਦੇ ਨਾਲ ਜਪਿਆ ਅਤੇ ਨਾ ਆਪਣੇ ਜੀਵਨ ਦੇ ਵਿੱਚ ਉਸ ਨੂੰ ਲਾਗੂ ਕੀਤਾ। ਫਿਰ ਉਹ ਬਾਹਰਲੇ ਤਲ 'ਤੇ ਇੱਕ ਪੜ੍ਹਨਾ, ਸੁਣਨਾ, ਜਪਣਾ ਹੋਏਗਾ, ਜਿਸ ਨੇ ਜੀਵਨ ਦੇ ਵਿੱਚ ਬਦਲਾਅ ਨਹੀਂ ਲਿਆਉਣਾ। ਕਿਉਂਕਿ ਮੰਨਣ ਦੀ ਗੱਲ ਹੈ। ਇਹ ਕਰਮਾਂ ਕਰਕੇ ਅਤੇ ਮੰਨਣ ਕਰਕੇ ਦੋਵੇਂ ਇੱਕ ਚੀਜ਼ਾਂ, ਇਹ ਦੋਵੇਂ ਸਮਝੋ ਰਿਲੇਟਡ ਨੇ। ਜਦੋਂ ਅਸੀਂ ਕਰਮਾਂ ਦੇ ਵਿੱਚ ਲਿਆਉਂਦੇ ਹਾਂ, ਸਾਡੇ ਵਰਤ ਵਿਹਾਰ ਵਿੱਚ ਨਾਮ ਆ ਜਾਣਾ ਚਾਹੀਦਾ। ਗੁਰੂ ਸਾਹਿਬਾਨ ਨੇ ਇਸ ਦੀ ਉਦਾਹਰਨ ਇੱਕ ਬੜੀ ਸੁੰਦਰ ਦਿੱਤੀ ਹੈ। ਕਹਿੰਦੇ ਹੈ ਕਿ ਕਿਵੇਂ ਕਰਮਾਂ ਕਰਕੇ ਅਸੀਂ ਜਪਣਾ ਹੈ। ਔਰ ਕਹਿੰਦੇ ਹੈ ਕਿ ਜੇ ਵੇਖਣਾ ਹੋਵੇ ਕਿ ਕੋਈ ਨਾਮੀ ਦੇ ਨਾਲ ਜੁੜਿਆ ਹੋਇਆ,
ਨਾਮੀ ਹੈ ਪਰਮਾਤਮਾ ਜਿਸ ਤੋਂ ਨਾਮ ਆਇਆ। ਕਹਿੰਦੇ ਕਿਸੇ ਦੇ ਜੀਵਨ ਨੂੰ ਵੇਖਣਾ ਹੋਵੇ ਕਿ ਕੋਈ ਨਾਮੀ ਦੇ ਨਾਲ ਜੁੜਿਆ ਹੋਇਆ ਹੈ, ਉਸ ਦੇ ਅੰਦਰ ਨਾਮ ਦੀ ਰੰਗਤ ਹੈ, ਤੇ ਉਸ ਦੇ ਕਰਮਾਂ ਤੋਂ ਸਾਨੂੰ ਪਤਾ ਲੱਗਦਾ ਹੈ, ਉਸ ਦੇ ਉੱਠਣ ਬੈਠਣ ਤੋਂ ਪਤਾ ਲੱਗਦਾ ਹੈ, ਉਸ ਦੀ ਬੋਲਚਾਲ ਤੋਂ ਪਤਾ ਲੱਗਦਾ ਹੈ। ਐਵੇਂ ਬਾਹਰਲੇ ਤਲ 'ਤੇ ਨਹੀਂ ਪਤਾ, ਉਸ ਦੇ ਵਿਹਾਰ ਤੋਂ ਪਤਾ ਲੱਗਦਾ ਹੈ ਕਿ ਉਸ ਦੇ ਅੰਦਰ ਇਹ ਨਾਮ ਦੀ ਲਗਨ ਵਸੀ ਹੋਈ ਕਿ ਨਹੀਂ ਵਸੀ ਹੋਈ। ਜਿਵੇਂ ਗੁਰੂ ਸਾਹਿਬ ਕਹਿੰਦੇ ਰਸਨਾ ਨਾਮ ਜਪੋ ਤਬ ਮਥੀਐ ਇਨ ਬਿਦ ਅੰਮ੍ਰਿਤ ਪਾਵੋ। ਇਸੇ ਸ਼ਬਦ ਦੇ ਅੰਦਰ ਗੁਰੂ ਸਾਹਿਬ ਨੇ ਇਹ ਗੱਲ ਵੀ ਜ਼ਿਕਰ ਕੀਤਾ ਹੈ, ਇਹ ਮਨ ਈਟੀ ਹਾਥ ਕਰੋ ਫੁਨ ਨੇਤਰੋਂ ਨੀਂਦ ਨਾ ਆਵੈ, ਰਸਨਾ ਨਾਮ ਜਪੋ ਤਬ ਮਥੀਐ ਇਨ ਬਿਦ ਅੰਮ੍ਰਿਤ ਪਾਵੋ। ਗੁਰੂ ਸਾਹਿਬ ਇਹ ਜ਼ਿਕਰ ਕਰਦੇ ਹੈ। ਕਿਸ ਤਰੀਕੇ ਦੇ ਨਾਲ ਤੁਸੀਂ ਵੇਖਿਆ ਹੋਣਾ ਕਿ ਪਹਿਲੇ ਸਮੇਂ ਦੇ ਵਿੱਚ ਜਦੋਂ ਅਸੀਂ ਮੱਖਣ ਕੱਢਦੇ ਸਨ, ਘਰ ਦੇ ਵਿੱਚ ਮਾਤਾਵਾਂ ਭੈਣਾਂ ਮੱਖਣ ਕੱਢਦੀਆਂ ਸਨ, ਅਤੇ ਦੁੱਧ ਦੇ ਵਿੱਚ ਜਾਗ ਪਾ ਕੇ ਦਹੀਂ ਜਦੋਂ ਬਣਦਾ ਸੀ ਅਤੇ ਦਹੀਂ ਨੂੰ ਚਾਟੀ ਵਿੱਚ ਪਾਉਣਾ, ਚਾਟੀ ਵਿੱਚ ਪਾ ਕੇ ਅਤੇ ਮਧਾਣੀ ਦੇ ਨਾਲ ਉਸ ਨੂੰ ਰਿੜਕਿਆ ਜਾਂਦਾ ਸੀ। ਮਧਾਣੀ ਦੇ ਨਾਲ ਨੇਤਰਾ ਬੰਨ੍ਹਿਆ ਹੁੰਦਾ ਸੀ, ਰੱਸੀ ਹੁੰਦੀ ਸੀ ਅਤੇ ਨਾਲ ਈਟੀਆਂ ਹੁੰਦੀਆਂ ਸਨ, ਲੱਕੜ ਦੀਆਂ ਛੋਟੀਆਂ ਛੋਟੀਆਂ ਡੰਡੀਆਂ, ਉਹਨਾਂ ਨੂੰ ਪਕੜ ਕੇ ਅਤੇ ਉਹ ਮਧਾਣੀ ਨੂੰ ਫੇਰਦੀਆਂ ਸਨ, ਅੱਗੇ ਪਿੱਛੇ ਘੁਮਾਉਣਾ, ਅਤੇ ਉਹ ਦਹੀਂ ਨੂੰ ਜਦੋਂ ਰਿੜਕਦੇ ਸਨ ਅਤੇ ਲੱਸੀ ਵੱਖਰੀ ਹੋ ਜਾਂਦੀ ਸੀ ਅਤੇ ਮੱਖਣ ਵੱਖਰਾ ਹੋ ਜਾਂਦਾ ਸੀ। ਮੱਖਣ ਹੈ ਦੁੱਧ ਦਾ ਤੱਤ, ਉਹ ਤੱਤ ਹੈ। ਇਸੇ ਤਰ੍ਹਾਂ ਕਹਿੰਦੇ ਹੈ ਜਦੋਂ ਅਸੀਂ ਨਾਮ ਜਪਦੇ ਹਾਂ ਅਤੇ ਨਾਮ ਦਾ ਤੱਤ ਇਹ ਹੈ ਕਿ ਸਾਡੇ ਜੀਵਨ ਦੇ ਵਿੱਚੋਂ ਨਜ਼ਰ ਆ ਜਾਏ। ਬਸ ਕਹਿੰਦੇ ਇਸ ਤਰੀਕੇ ਦੇ ਨਾਲ ਪਰਮਾਤਮਾ ਦਾ ਨਾਮ ਜਪਣਾ ਹੈ। ਇਹ ਮਨ ਈਟੀ ਹੁੰਦਾ ਹੈ, ਉਹ ਜਿਹੜਾ ਹੱਥ ਦੇ ਵਿੱਚ ਪਕੜੀਆਂ ਉਹ ਡੰਡੀਆਂ ਲੱਕੜੀ ਦੀਆਂ, ਹਾਥ ਕਰੋ ਫੁਨ ਨੇਤਰੋਂ ਨੀਂਦ ਨਾ ਆਵੈ। ਮਨ ਸਾਡਾ ਸੁੱਤਾ ਰਹਿੰਦਾ, ਵਿਕਾਰਾਂ ਦੇ ਹਲਿਆਂ ਵਿੱਚ ਮਸਤ ਰਹਿੰਦਾ। ਆਪਾਂ ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸ਼ਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮਿੱਠੇ ਸਾਧ, ਮਨ ਸੋਇਆ ਮਾਇਆ ਬਿਸਮਾਦ। ਸੁੱਤਾ ਰਹਿੰਦਾ। ਲੇਕਿਨ ਜਿਵੇਂ ਉਹ ਮਾਤਾਵਾਂ ਭੈਣਾਂ ਈਟੀ ਨੂੰ ਪਕੜ ਕੇ ਰਿੜਕਦੀਆਂ ਸਨ ਅਤੇ ਮਧਾਣੀ ਚਲਦੀ ਸੀ ਅਤੇ ਤੱਤ ਨਿਕਲਦਾ ਸੀ, ਮੱਖਣ ਰੂਪੀ ਤੱਤ। ਕਹਿੰਦੇ ਇਸੇ ਤਰ੍ਹਾਂ ਹੀ ਬਸ ਸਮਝੋ ਇਸ ਮਨ ਨੂੰ ਪਕੜ ਕੇ ਰੱਖਣਾ ਹੈ ਅਤੇ ਮਨ ਨੂੰ ਘੁਮਾਈ ਫਿਰਨਾ, ਪਰਮਾਤਮਾ ਦਾ ਨਾਮ ਜਪਦੇ ਰਹਿਣਾ। ਵਾਹਿਗੁਰੂ ਵਾਹਿਗੁਰੂ, ਸਹਿਜ ਪਾਠ, ਸਿਮਰਨ, ਉਸਤਤ, ਸਿਫਤ ਸਲਾਹ, ਕੀਰਤਨ, ਇਸ ਦੇ ਨਾਲ ਜੁੜੇ ਰਹਿਣਾ ਤਾਂ ਕਿ ਮਨ ਇਹ ਸਾਡਾ ਸੁਚੇਤ ਰਵੇ, ਵਿਕਾਰਾਂ ਦੇ ਹਾਲਤ ਤੋਂ ਕਿਤੇ ਇਹ ਸੌ ਨਾ ਜਾਏ। ਇਹ ਮਨ ਈਟੀ ਹਾਥ ਕਰੋ ਫੁਨ ਨੇਤਰੋਂ ਨੀਂਦ ਨਾ ਆਵੇ, ਨੀਂਦ ਨਾ ਆਵੇ। ਰਸਨਾ ਨਾਮ ਜਪੋ ਤਬ ਮਥੀਐ, ਜਪਦੇ ਰਹੋ, ਅੰਦਰੋਂ ਜਪਦੇ ਰਹੋ ਤਾਂ ਕੀ ਹੋਏਗਾ? ਇਨ ਬਿਦ ਅੰਮ੍ਰਿਤ ਪਾਵੋ, ਆਤਮਿਕ ਜੀਵਨ ਦੇਣ ਵਾਲਾ ਨਾਮ ਰਸ ਤੁਸੀਂ ਪ੍ਰਾਪਤ ਕਰ ਲਵੋਗੇ। ਤੱਤ ਹੈ, ਕਹਿੰਦੇ ਬਸ ਇਹ ਤੱਤ ਮਿਲ ਜਾਂਦਾ ਹੈ ਸਾਨੂੰ। ਤੱਤ ਹੈ ਆਤਮਿਕ ਜੀਵਨ ਦੇਣ ਵਾਲਾ ਨਾਮ, ਅਤੇ ਨਾਮ ਸਾਡੇ ਜੀਵਨ ਦੇ ਵਿੱਚ ਆ ਜਾਏ, ਵਰਤ ਵਰਤਾਰਾ ਹੋ ਜਾਏ। ਅਤੇ ਵਰਤ ਵਰਤਾਰਾ ਹੋ ਗਿਆ ਕਿਵੇਂ, ਪਤਾ ਕਿਵੇਂ ਲੱਗਦਾ ਹੈ? ਗੁਰੂ ਸਾਹਿਬ ਇਸ ਦੀ ਉਦਾਹਰਣ ਵੀ ਦਿੰਦੇ ਹੈ। ਕਹਿੰਦੇ ਹੈ ਦਿਸਤ ਮਾਸ ਨਾ ਖਾਏ ਬਿਲਾਈ, ਮਹਾਂ ਕਸਾਬ ਛੁਰੀ ਸੱਟ ਪਾਈ। ਉਦਾਹਰਣ ਦਿੰਦੇ ਹੈ, ਹੁਣ ਬਿੱਲੀ ਦੀ ਉਦਾਹਰਣ ਦਿੰਦੇ ਹੈ ਅਤੇ ਕਸਾਈ ਦੀ ਉਦਾਹਰਣ ਦਿੰਦੇ ਹੈ। ਬਿੱਲੀ ਮਾਸ ਤੋਂ ਬਿਨਾਂ ਨਹੀਂ ਰਹਿੰਦੀ ਹੈ, ਚੂਹਾ ਹੋਵੇ ਨਾ, ਚੂਹੇ ਦੇ ਮਗਰ ਪੈ ਜਾਂਦੀ ਹੈ। ਅਤੇ ਕਹਿੰਦੇ ਹੈ ਕਿ ਬਸ ਇੱਥੇ ਬਿਲਾਈ ਕੌਣ ਹੈ? ਦਿਸਤ ਮਾਸ ਨਾ ਖਾਏ ਬਿਲਾਈ। ਹੁਣ ਸਾਹਮਣੇ ਪਦਾਰਥ ਪਏ ਹੋਏ ਨੇ, ਕੋਈ ਲਾਲਚ ਦੇ ਰਿਹਾ, ਲੋਭ ਦੇ ਵਿੱਚ ਫਸਾਉਣ ਦਾ ਯਤਨ ਕਰ ਰਿਹਾ, ਲੇਕਿਨ ਹੁਣ ਇਹ ਮਨ ਜਿਹੜਾ ਪਹਿਲਾਂ ਬਿੱਲੀ ਦੀ ਨਿਆਈ ਸੀ, ਦੂਜਿਆਂ ਦਾ ਹੱਕ ਮਾਰਦਾ ਸੀ, ਡੁੱਲ ਪੈਂਦਾ ਸੀ, ਕਿਸੇ ਨੇ ਕੁਝ ਦਿੱਤਾ, ਲਾਲਚ ਦਿੱਤੀ, ਡੁੱਲ ਪੈਂਦਾ ਸੀ, ਥਿੜਕ ਜਾਂਦਾ ਸੀ। ਕਹਿੰਦੇ ਹੁਣ ਨਹੀਂ ਹੈ, ਹੁਣ ਸਾਹਮਣੇ ਪਦਾਰਥ ਪਏ ਹੋਏ ਨੇ, ਦੁਨੀਆ ਦੀ ਐਸ਼ੋ ਇਸ਼ਰਤ ਪਈ ਹੋਈ ਹੈ, ਸੁੱਖ ਸਾਧਨ ਪਏ ਹੋਏ ਨੇ, ਲੇਕਿਨ ਦਿਸਤ ਮਾਸ ਨਾ ਖਾਏ ਬਿਲਾਏ। ਲੇਕਿਨ ਹੁਣ ਅੰਦਰ ਤ੍ਰਿਸ਼ਨਾ ਦੀ ਅੱਗ ਨਹੀਂ, ਕਿਉਂਕਿ ਉਹ ਉਪਰਾਮ ਹੋ ਗਿਆ, ਬਦਲ ਗਿਆ ਨਾ, ਜੀਵਨ ਐਸਾ ਬਦਲਿਆ ਕਿ ਉਹ ਤੱਤ ਮਿਲ ਗਿਆ। ਹੁਣ ਸਚਿਆਰ ਮਨੁੱਖ ਬਣ ਗਿਆ ਅਤੇ ਹੁਣ ਸਾਹਮਣੇ ਪਿਆ ਹੋਇਆ ਭਾਵੇਂ ਦੁਨੀਆ ਦੇ ਐਸ਼ੋ ਇਸ਼ਰਤ ਮੈਨੂੰ ਕੋਈ ਡੁਲਾ ਨਹੀਂ ਸਕੇਗਾ। ਜਿਵੇਂ ਆਪਾਂ ਦੇਖਦੇ ਹਾਂ ਨਾ, ਉਸ ਵਜ਼ੀਰ ਖਾਨ ਦੀ ਕਚਹਿਰੀ ਦੇ ਵਿੱਚ ਉਹ 7 ਅਤੇ 9 ਸਾਲ ਦੀਆਂ ਜਿੰਦਾਂ ਨੂੰ ਡੁਲਾ ਨਹੀਂ ਸਕੇ। ਕਹਿਣ ਲੱਗੇ ਦੁਨੀਆ ਦੇ ਪਦਾਰਥ ਤੁਹਾਨੂੰ ਦੇ ਦਿਆਂਗੇ, ਦੁਨੀਆ ਦੇ ਸੁੱਖ ਸਾਧਨ ਤੁਹਾਨੂੰ ਦੇ ਦਿਆਂਗੇ, ਖਾਣਾ ਪੀਣਾ ਪਹਿਨਣਾ ਤੁਹਾਡਾ ਵਧੀਆ ਹੋ ਜਾਏਗਾ, ਰਾਜਿਆਂ ਦੀ ਤਰ੍ਹਾਂ ਤੁਸੀਂ ਜ਼ਿੰਦਗੀ ਬਤੀਤ ਕਰੋਗੇ। ਉਹ ਡੋਲੇ ਨਹੀਂ, ਕਹਿਣ ਲੱਗੇ ਨਹੀਂ, ਮਰਨਾ ਤਾਂ ਹੈ ਹੀ ਹੈ।
क्या सुख साधन लैके सानू मौत नहीं आएगी? इस तरह बंदा डोलदा नहीं है। मौत तो आएगी, क्या सुख साधन लैके नहीं आएगी? लेकिन उन्होंने अपने धर्म नूं नहीं छड्डिया, धर्म तो डोले नहीं, अपना आप नीहां दे विच चिणवा दिता। इस तरह गुरु साहब कहते बई महाकसाब छुरी सट पाई। हुण कसाई का काम की है? उसके हत्थ विच हर वेले छुरी होंदी, उस कसाई का काम करना है, क्योंकि उसने उसनूं अपना प्रोफैशन बनाया होया है। लेकिन इत्थे महाकसाब एक कसाईपुना साडे अंदर है, साडे मन के अंदर है। असीं करप्शन करते हैं, ठगी करते हैं, चोरी करते हैं, दूजे का हक मारते हैं, एक कसाईपुना है। गुरु साहब कहते हुण ये जिहड़ा महाकसाब सी ना अंदर का मन हुण बदल गया। महाकसाब इन्होंने छुरी सुट दी है, जिस दे नाल लोकां दा गला वढ़दा सी ना, दूजियां दा हक मारदा सी, करप्शन करदा सी, चोरी करदा सी, ठगी करदा सी। इस दे अंदर निर्दयता सी, दया किसी उपर नहीं सी आउंदी। हुण बैठा कई बार आपां देखदे ना ऑफिस ही बैठे हुंदे आ ते बंदा कोई गरीब आ जांदा है, जी मेरी कोई फाइल कड्डो, मेरा काम रुकिया पिया है, ते बंदा सोचदा है उसदे बाहरले उस सरूप वाले पासे भी नहीं जाता भाई बंदा बड़ा माड़ा है, ये मैनू की देगा। लेकिन कहता नहीं कुछ ना कुछ कढ़ ही लवां, 10 मिल जान, 20 मिल जान, 50 मिल जाए, 100 रुपया मिल जाए, लेकिन छड्डना नहीं है। एक कसाईपुन है, अंदर दया नहीं, निर्दयता है। लेकिन गुरु साहब कहते जदों जीवन बदलता है तो फिर की होंदा, अंदर दया आ जाती है, तरस आ जाता है, एक कसाईपुना बंदा छड्ड दिंदा है। तो फिर ये साडे जीवन दे विचों ये चीज़ां नज़र आउंदियां। क्योंकि आपां जदों गुरुद्वारा साहब आउंदे ना, आपां कई वारी ये गल कहंदे आ ना कि गुरुद्वारे झूठ नहीं बोलना चाहिए जी। ये अक्सर असीं गल कहंदे आ, किते सभा सुसाइटी कोई संगत बैठी होवे, कोई लड़ाई झगड़ा हो जाए, इत्थे भी असीं आके कहंदे आ जी गुरुद्वारे झूठ नहीं बोलना जी, गुरुद्वारे चलो गुरुद्वारे फैसला करांगे। इस तो भाव है कि क्या बाहर आपां झूठ बोल सकते हैं? गुरु की हदूद नूं, परमात्मा की हदूद नूं क्या असी गुरुद्वारा साहब की चार दुआरी के अंदर तक सीमित करके मनिया होया है कि इत्थे गुरु है, बाहर गुरु नहीं है? बाहर किहड़ा मैनू गुरु देखदा है, बाहर किहड़ा मैनू परमात्मा वेखदा है? हुण सवाल यह है कि क्या गुरु की हजूरी विच आपां झूठ नहीं बोलना, तो क्या बाहर संसार के अंदर विचरदे झूठ बोल सकते हैं? क्योंकि गुरु तो सानू इत्थे सिखलाई दिंदा है। ये सिखलाई जो असी इत्थे सिखदे हां, ये बाहर साढ़े जीवन दे विच नज़र आउणी चाहिए है। जिवें गुरु साहब कहते हैं ना कि धन धन गुरु गुरु सतगुरु पांदा, जिन हर उपदेश दे किए सियाणे। क्यों? मेरे राम हम बारक हर प्रभ के हैं इयाणे। ये पहली तुक है, रहाओ दा बंद है। गुरु साहब कहते हैं मेरे प्रभु है, मेरे मालिक, असी अनजान बच्चे हाँ, सानू सोझी नहीं, असी ज्ञान तू सखणे हाँ। जिवें एक बच्चा है ना, वह कहते अनजान है जी बच्चा, कहते बस इस तरह ही असी अनजान हाँ, असी अज्ञान दे विच ज्ञानता विच फसे हुए हैं, ज्ञानहीन हाँ। मेरे राम हम बारक हर प्रभ के हैं इयाने। धन धन गुरु गुर सतगुरु पांदा, पांदा होंदा टीचर, जिन हर उपदेश दे किए सियाने। जिवें आपां बच्चों को स्कूल भेजते हैं ना, बच्चे स्कूल जाते हैं, टीचर उन्होंने पढ़ाई करांदा है, वो पढ़ाई हौली 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 उन्होंने एक दिन प्रोफैशन बन जाता। पर देखते हैं जिस फील्ड के बच्चा जाता है उस प्रोफैशन का एक दिन प्रोफैशन, कोई इंजीनियर बनता है, कोई डॉक्टर है, कोई होर किसी फील्ड के जाता, वो पढ़ाई उन्होंने की है, सिखलाई की, तां उत्थे तक पहुँचे है। इस तरह गुरु एक टीचर है, दुनियावी टीचर की तरह नहीं है। संसारिक तल ते भी साडे जीवन नूं बदलदा है, ते आत्मक तल ते भी शिखरता ते लै जांदा है। साडे जीवन की आत्मक घाड़त घटदा है, तो इत्थे आपां गुरु कोलों सिखलाई लैनी है, तो ये सिखलाई बाहर संसार दे विच विचरदिआं साडे जीवन दे विचों नज़र आ जानी चाहिए है। गुरु साहब कहते हैं इस तरीके दे नाल कर्मा करके नाम बचना जिहड़ा है जपना है, भाव कि साडे कर्मां दे विचों नज़र आ जाए। जिवें गुरु अर्जन पातशाह जी उदाहरण देंदे है, एक उदाहरण देंदे है, वो बड़ी सुंदर उदाहरण है। सानू जे असी उसनूं मन लईए तो जीवन बदल जाएगा। एक सैकंड नहीं लगेगा, एक छिन नहीं लगेगा जीवन बदल दिया। गुरु साहब कहते हैं साच नाम मेरा मन लागा, लोगन स्यों मेरा ठाठा बागा। कहते हुण परमात्मा के नाम दे विच मेरा मन हुण लग गया, पतीज गया, मैं मनने वाली अवस्था दे विच हाँ। साच नाम मेरा मन लागा, लोगन स्यों मेरा ठाठा बागा। कहते हुण लोकां दे नाल मेरा, आम समाज दे नाल मेरा वर्त वर्तारा तो है, लेकिन यह है कि मेरा नाम दे विच मन हुण पतीज गया है।
ਤੇ ਫਿਰ ਅਵਸਥਾ ਕਿਸ ਤਰ੍ਹਾਂ ਦੀ ਬਣੀ ਹੈ ਮੇਰੀ? ਕਹਿੰਦੇ ਆ ਬਾਹਰ ਸੂਤ ਸਗਲ ਸਿਉ ਮੋਲਾ, ਅਲਿਪਤ ਰਹੂੰ ਜੈਸੇ ਜਲ ਮੈਂ ਕੋਲਾ। ਬਾਹਰ ਸੂਤ ਕਹਿੰਦੇ ਸਾਰਿਆਂ ਦੇ ਨਾਲ ਮੇਲ ਜੋਲ ਰੱਖਿਆ ਹੋਇਆ ਮੈਂ, ਸਾਰਿਆਂ ਦੇ ਨਾਲ ਮੈਂ ਮੇਲ ਜੋਲ ਰੱਖਿਆ ਹੋਇਆ ਹੈ, ਲੇਕਿਨ ਰਹਿੰਦਾ ਉਹਨਾਂ ਦੇ ਵਿੱਚ ਹਾਂ। ਲੇਕਿਨ ਰਹਿੰਦਾ ਕਿਵੇਂ ਹਾਂ? ਜਿਵੇਂ ਕਮਲ ਦਾ ਫੁੱਲ ਚਿੱਕੜ ਦੇ ਵਿੱਚ ਰਹਿੰਦਾ ਹੈ। ਕਮਲ ਦਾ ਫੁੱਲ ਚਿੱਕੜ ਦੇ ਵਿੱਚ ਰਹਿੰਦਿਆਂ ਹੋਇਆਂ ਆਪਣੀਆਂ ਪੰਖੜੀਆਂ ਨੂੰ ਭਿੱਜਣ ਨਹੀਂ ਦਿੰਦਾ। ਬਾਹਰ ਮਾਇਆਵੀ ਪ੍ਰਭਾਵ ਹੈ, ਬਾਹਰ ਮਾਨੋ ਮਾਇਆ ਦਾ ਚਿੱਕੜ ਹੈ। ਕਈਆਂ ਦੇ ਨਾਲ ਮੇਰਾ ਸਾਥ ਹੋ ਸਕਦਾ ਹੈ, ਜ਼ਰੂਰੀ ਨਹੀਂ ਕਿ ਮੇਰੇ ਆਪਣੇ ਪਰਿਵਾਰ ਦੇ ਵਿੱਚ, ਮੇਰੇ ਦੋਸਤਾਂ ਮਿੱਤਰਾਂ ਦੇ ਵਿੱਚ, ਮੇਰੇ ਸਖੇ ਸੰਬੰਧੀਆਂ ਦੇ ਵਿੱਚ ਸਾਰੇ ਗੁਰਮੁਖ ਦੇ ਧਾਰਨੀ ਹੋਣ, ਮਨਮੁਖ ਵੀ ਹੋ ਸਕਦੇ ਹੈ। ਲੇਕਿਨ ਉਹਨਾਂ ਦੇ ਵਿੱਚ ਵੀ ਮੈਂ ਕਿਵੇਂ ਰਹਿੰਦਾ? ਜਿਵੇਂ ਕਮਲ ਦਾ ਫੁੱਲ ਚਿੱਕੜ ਦੇ ਵਿੱਚ ਖਿੜਦਾ ਹੈ, ਪੰਖੜੀਆਂ ਨਹੀਂ ਭਿੱਜਣ ਦਿੰਦਾ। ਮੈਂ ਉਹਨਾਂ ਦੀ ਗੱਲ ਨਹੀਂ ਮੰਨਦਾ। ਇਹ ਨਹੀਂ ਮੈਨੂੰ ਕੋਈ ਕਹਿ ਸਕਦਾ ਕਿ ਮੈਂ ਉਹਨਾਂ ਦੀ ਗੱਲ ਮੰਨ ਲਵਾਂ। ਮੈਂ ਉੱਥੇ ਤੱਕ ਹੀ ਮੰਨਾਂਗਾ ਜੋ ਗੁਰੂ ਦਾ ਸਿਧਾਂਤ ਹੋਏਗਾ। ਬਾਹਰ ਸੂਤ ਸਗਲ ਸਿਉ ਮੋਲਾ, ਅਲਿਪਤ ਰਹੂੰ ਜੈਸੇ ਜਲ ਮੈਂ ਕੋਲਾ। ਤੇ ਗੁਰੂ ਸਾਹਿਬ ਅੱਗੇ ਬੜੀ ਸੁੰਦਰ ਗੱਲ ਕਹਿੰਦੇ ਹੈ। ਕਹਿੰਦੇ ਕਿ ਮੁਖ ਕੀ ਬਾਤ ਸਗਲ ਸਿਉ ਕਰਤਾ, ਜੀ ਸੰਗ ਪ੍ਰਭ ਆਪਣਾ ਧਰਤਾ। ਮੁਖ ਕੀ ਬਾਤ ਸਗਲ ਸਿਉ ਕਰਤਾ। ਕਹਿੰਦੇ ਮੈਂ ਬੈਠਾ, ਮੇਰੇ ਪਰਿਵਾਰ ਦੇ ਵਿੱਚ ਕੋਈ ਵਿਆਹ ਸ਼ਾਦੀ ਹੈ, ਤੇ ਕਹਿੰਦੇ ਨਹੀਂ ਜੀ ਅਸੀਂ ਕਾਕਟੇਲ ਪਾਰਟੀ ਕਰਨੀ ਹੈ। ਤੇ ਕਹਿੰਦੇ ਨਹੀਂ, ਮੈਂ ਉੱਥੇ ਉਹਨਾਂ ਨੂੰ ਰੋਕਦਾ ਹਾਂ, ਟੋਕਦਾ ਕਿ ਇਹ ਗਲਤ ਹੈ ਕਿ ਮੁਖ ਕੀ ਬਾਤ ਸਗਲ ਸਿਉ ਕਰਤਾ। ਜਿਹੜੀ ਗੁਰੂ ਨੇ ਮੈਨੂੰ ਗੱਲ ਸਿਖਾਈ ਹੈ ਨਾ, ਮੈਂ ਕਰਦਾ ਸਾਰਿਆਂ ਨਾਲ ਹਾਂ। ਉਹ ਅਗਰ ਕੋਈ ਮਾੜਾ ਕੰਮ ਕਰਨ ਦਾ ਵਿਚਾਰ ਉਹਨਾਂ ਦੇ ਅੰਦਰ ਪੈਦਾ ਹੁੰਦਾ ਹੈ, ਸੋਚਣੀ ਪੈਦਾ ਹੁੰਦੀ ਹੈ, ਤੇ ਮੈਂ ਕਹਿੰਦਾ ਉਹਨਾਂ ਨੂੰ ਕਿ ਬਾਈ ਨਹੀਂ, ਅਸੀਂ ਕਈ ਵਾਰੀ ਨਾ ਉਹ ਵੇਲਾ ਵਿਹਾ ਜਾਂਦੇ ਆ, ਕਹਿੰਦੇ ਛੱਡੋ ਜੀ ਅਸੀਂ ਕੀ ਲੈਣਾ ਦੇਣਾ, ਮਾੜਾ ਕਰਦੇ ਨੇ ਤਾਂ ਆਪਣੇ ਘਰ ਵਿੱਚ ਕਰ ਰਹੇ ਨੇ, ਸਾਨੂੰ ਕੀ ਲੋੜ ਹੈ। ਇਹ ਗੁਰਮਤਿ ਦਾ ਸਿਧਾਂਤ ਨਹੀਂ ਹੈ। ਆਪਾਂ ਇੱਥੋਂ ਸੁਚੇਤ ਹੋਣਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿਹੜਾ ਸਿਧਾਂਤ ਦਿੱਤਾ ਹੈ, ਗੁਰੂ ਸਾਹਿਬ ਤੇ ਚੋਰਾਂ ਕੋਲ ਗਏ ਹੈ, ਉਹ ਠੱਗਾਂ ਕੋਲ ਗਏ ਹੈ, ਵੱਡੇ ਵੱਡੇ ਦੈਂਤ ਬਿਰਤੀਆਂ ਵਾਲਿਆਂ ਕੋਲ ਗਏ। ਕਿਉਂ ਬਦਲਿਆ ਉਹਨਾਂ ਦਾ ਜੀਵਨ? ਕਿਉਂਕਿ ਉੱਥੇ ਜਾ ਕੇ ਗੁਰੂ ਦੀ ਗੱਲ ਕੀਤੀ ਹੈ। ਤੇ ਗੁਰੂ ਸਾਹਿਬ ਕਹਿੰਦੇ ਮੁਖ ਕੀ ਬਾਤ ਸਗਲ ਸਿਉ ਕਰਤਾ, ਲੇਕਿਨ ਜੀ ਸੰਗ ਪ੍ਰਭ ਆਪਣਾ ਧਰਤਾ। ਮੈਂ ਆਪਣੀ ਅੰਦਰ ਨਾ ਪਰਮਾਤਮਾ ਨੂੰ ਵਸਾਇਆ ਹੋਇਆ ਹੈ, ਪਰਮਾਤਮਾ ਦੀ ਵਿਚਾਰਧਾਰਾ ਤੋਂ ਮੈਂ ਦੂਰ ਨਹੀਂ ਜਾਂਦਾ। ਤੇ ਜੇ ਕਿਤੇ ਐਸੀ ਸੰਗਤ ਦੇ ਵਿੱਚ, ਐਸੀ ਸੁਸਾਇਟੀ ਵਿੱਚ ਮੈਨੂੰ ਬਹਿਣਾ ਪੈ ਜਾਏ ਜਿੱਥੇ ਉਹ ਮਨਮੁਖ ਵਾਲੀਆਂ ਗੱਲਾਂ ਕਰਦੇ ਆ, ਗੁਰੂ ਤੋਂ ਦੂਰ ਹੋਣ ਵਾਲੀਆਂ ਗੱਲਾਂ ਕਰਦੇ ਆ, ਮੈਂ ਉਹਨਾਂ ਨੂੰ ਰੋਕਦਾ, ਟੋਕਦਾ ਕਿ ਵੀ ਨਹੀਂ ਤੁਸੀਂ ਗਲਤ ਕਰ ਰਹੇ ਹੋ। ਤੇ ਫਿਰ ਗੁਰੂ ਸਾਹਿਬ ਕਹਿੰਦੇ ਆ ਜਦੋਂ ਮੈਂ ਵਿਚਰਦਾ ਇਸ ਤਰੀਕੇ ਨਾਲ ਸੰਸਾਰ ਦੇ ਵਿੱਚ, ਤੇ ਮੇਰੀ ਅਵਸਥਾ ਕਿਸ ਤਰ੍ਹਾਂ ਮੰਨ ਲੈਂਦੇ ਆ ਉਹ ਦੂਜੇ। ਬਹੁਤ ਆਵਤ ਹੈ, ਕਹਿੰਦੇ ਆ ਕਿ ਬਹੁਤ ਪਿਹਾਲਾ, ਬਹੁਤ ਬਾਹਰ ਦਿਸਤ ਹੈ ਬਹੁਤ ਪਿਹਾਲਾ। ਕਹਿੰਦੇ ਇਹ ਬਈ ਰੁੱਖਾ ਬੰਦਾ ਹੈ ਜੀ, ਛੱਡੋ ਜੀ, ਇਹ ਕੋੜੀਆਂ ਗੱਲਾਂ ਕਰਦਾ। ਅਕਸਰ ਤੁਸੀਂ ਦੇਖੋ ਜਿਹੜੇ ਸੱਚ ਦੀ ਗੱਲ ਉੱਪਰ ਪਹਿਰਾ ਦਿੰਦੇ ਆ, ਸੱਚ ਦੀ ਗੱਲ ਘਰ ਦੇ ਵਿੱਚ ਵੀ ਗੱਲ ਕਰਨਗੇ, ਉਹ ਘਰ ਦੇ ਜੀ ਤੁਹਾਡੇ ਪਰਿਵਾਰ ਦੇ ਬਿਲਕੁਲ ਸਖੇ ਸੰਬੰਧੀ ਜਿਹੜੇ ਕਲੋਜ਼ਲੀ ਰਿਲੇਟਡ ਨੇ, ਉਹ ਵੀ ਤੁਹਾਡੇ ਨਾਲੋਂ ਥੋੜ੍ਹਾ ਜਿਹਾ ਕਿਨਾਰਾ ਕਰਨਗੇ, ਕਿਨਾਰਾ ਕਰਨਾ ਸ਼ੁਰੂ ਕਰ ਦਿੰਦੇ ਆ। ਇੱਥੇ ਤੱਕ ਵੀ ਅਵਸਥਾ ਬਣ ਸਕਦੀ ਹੈ ਕਿ ਘਰ ਦੇ ਵਿੱਚ ਫਰਜ਼ ਕਰੋ ਕਿ ਤੁਸੀਂ ਸੱਚ ਤੇ ਪਹਿਰਾ ਦੇਣ ਵਾਲੇ ਹੋ, ਨਾਮ ਦੀ ਗੱਲ ਕਰਨ ਵਾਲੇ ਹੋ, ਗੁਰੂ ਦੀ ਗੱਲ ਕਰਨ ਵਾਲੇ ਹੋ, ਸਿਧਾਂਤਾਂ ਦੀ ਗੱਲ ਕਰਨ ਵਾਲੇ ਹੋ। ਤੁਹਾਡੇ ਆਪਣੇ ਬੱਚੇ ਤੁਹਾਡੇ ਨਾਲੋਂ ਥੋੜ੍ਹਾ ਜਿਹਾ ਡਿਸਟੈਂਸ ਮੇਨਟੇਨ ਕਰਨਾ ਸ਼ੁਰੂ ਕਰ ਦਿੰਦੇ ਆ। ਦੂਜਿਆਂ ਦੀ ਤੇ ਗੱਲ ਹੀ ਕੋਈ ਨਹੀਂ, ਉਹ ਬੈਠਣਗੇ ਤੁਹਾਡਾ ਫਾਰਮੈਲਿਟੀ ਸੇਕ, ਲੇਕਿਨ ਤੁਹਾਡੀ ਗੱਲ ਨੂੰ ਕਦੀ ਮੰਨਣਗੇ ਨਹੀਂ। ਉਹ ਕਹਿਣਗੇ ਨਹੀਂ, ਇਹਨੇ ਤੇ ਆ ਕੇ ਹੁਣ ਰੋਕਣਾ ਟੋਕਣਾ ਸ਼ੁਰੂ ਕਰ ਦਿੰਦਾ। ਬਹੁਤ ਦਿਸਤ ਹੈ, ਬਹੁਤ ਪਿਹਾਲਾ ਹੁੰਦਾ ਕਿ ਰੁੱਖਾ। ਇਹ ਕਹਿਣਗੇ ਜੀ ਰੁੱਖਾ ਬੰਦਾ ਹੈ, ਲੇਕਿਨ ਗੁਰੂ ਸਾਹਿਬ ਕਹਿੰਦੇ ਹੈ ਕਿ ਸਗਲ ਚਰਨ ਕੀ ਇਹ ਮਨ ਰਾਲਾ। ਕਹਿੰਦੇ ਕਿ ਮੇਰਾ ਮਨ ਤੇ ਸਾਰਿਆਂ ਦੀ ਚਰਨ ਧੂੜ ਬਣਿਆ ਹੋਇਆ ਹੈ। ਇਹ ਉਹਨਾਂ ਦਾ ਸੋਚਣੀ ਜਿਹੜੀ ਹੈ ਉਹ ਗਲਤ ਹੋ ਸਕਦੀ ਹੈ। ਉਹ ਆਪਣੇ ਤਲ ਤੇ ਸੋਚਦੇ ਰਹਿਣ ਕਿ ਬੜਾ ਰੁੱਖਾ ਬੰਦਾ ਹੈ, ਲੇਕਿਨ ਮੈਂ ਰੁੱਖਾ ਤਾਂ ਬਣਿਆ ਕਿਉਂਕਿ ਮੈਂ ਗੁਰੂ ਦੀ ਗੱਲ ਕਹਿੰਦਾ। ਮੁਖ ਕੀ ਬਾਤ ਸਗਲ ਸਿਉ ਕਰਤਾ, ਜੀ ਸੰਗ ਪ੍ਰਭ ਆਪਣਾ ਧਰਤਾ। ਇਹ ਤਰੀਕਾ ਗੁਰੂ ਸਾਹਿਬਾਨ ਨੇ ਸਾਨੂੰ ਸਮਝਾਇਆ ਕਿ ਜਦੋਂ ਅਸੀਂ ਕਰਮਾਂ ਕਰਕੇ ਨਾਮ ਜਪਦੇ ਹਾਂ ਤੇ ਜੀਵਨ ਦੇ ਵਿੱਚ ਇਹ ਤਬਦੀਲੀ ਆ ਜਾਂਦੀ ਹੈ ਕਿ ਬੰਦਾ ਹੋਵੇ ਇਕੱਲਾ ਤੇ ਉਸਦੇ ਆਲੇ ਦੁਆਲੇ ਹਜ਼ਾਰਾਂ ਕਿਉਂ ਨਾ ਹੋਣ, ਕੂੜ ਤੇ ਪਹਿਰਾ ਦੇਣ ਵਾਲੇ, ਉਹ ਕਦੀ ਡੋਲੇਗਾ ਨਹੀਂ, ਉਹਨੇ ਸੱਚ ਤੇ ਪਹਿਰਾ ਦੇਣਾ ਹੈ। ਇਸ ਤਰ੍ਹਾਂ ਜੀਵਨ ਬਦਲਦਾ ਹੈ। ਹੁਣ ਜਦੋਂ ਬਦਲਦਾ ਹੈ ਤੇ ਫਿਰ ਗੁਰੂ ਸਾਹਿਬ ਕੀ ਕਹਿੰਦਾ? ਮੰਨੈ ਪਾਵੈ ਮੋਖ ਦੁਆਰ। ਕਹਿੰਦੇ ਉਹ ਜਿਹੜੇ ਪਰਮਾਤਮਾ ਦਾ ਨਾਮ ਜੇ ਦਿਲੋਂ ਮਨੋਂ ਮੰਨ ਲਿਆ ਜਾਏ, ਅੰਦਰ ਵਸ ਜਾਏ, ਨਾਮ ਪਤੀਤ ਜਾਏ, ਨਾਮ ਵਿੱਚ ਮਨ, ਤੇ ਕੀ ਹੁੰਦਾ ਹੈ? ਪਾਵੈ,
ਮੋਖ ਦੁਆਰ ਐਸੇ ਮਨੁੱਖ ਮੁਕਤੀ ਦਾ ਦੁਆਰ ਭਾਵ ਕੂੜ ਤੋਂ ਵਿਕਾਰਾਂ ਤੋਂ ਖਲਾਸੀ ਪਾਉਣ ਦਾ ਰਾਹ ਲੱਭ ਲੈਂਦੇ ਹਨ। ਇਹ ਮੁਕਤੀ ਹੈ। ਇੱਥੇ ਆਪਾਂ ਦੇਖਦੇ ਹਾਂ ਸੰਸਾਰ ਦੇ ਅੰਦਰ ਵਿਚਰਦੇ ਹਾਂ, ਕਿਤਨਾ ਕੁਝ ਹੈ, ਮਾਇਆਵੀ ਪ੍ਰਭਾਵ ਹੈ ਜਿਸ ਦਾ ਜ਼ਿਕਰ ਕੀਤਾ ਹੈ। ਪਦਾਰਥ ਨੇ, ਦੁਨੀਆ ਦੀਆਂ ਸੁੱਖ ਸਹੂਲਤਾਂ ਨੇ, ਐਸ਼ੋ ਇਸ਼ਰਤ ਹੈ। ਉਹਨੇ ਸਭ ਦੇ ਵਿੱਚ ਰਹਿੰਦਿਆਂ ਹੋਇਆਂ, ਜਿਵੇਂ ਆਪਾਂ ਦੇਖਦੇ ਹਾਂ ਘਰ ਦੇ ਵਿੱਚ ਰਹਿ ਰਹੇ ਹਾਂ, ਮੇਰਾ ਮਕਾਨ ਛੋਟਾ ਹੈ, ਲੇਕਿਨ ਜਦੋਂ ਮੈਂ ਆਲੇ ਦੁਆਲੇ ਆਪਣੀ ਬਸਤੀ ਦੇ ਵਿੱਚ ਵੇਖਦਾ ਤੇ ਬੜੇ ਵੱਡੇ ਮਕਾਨ ਨੇ ਤੇ ਮੈਂ ਡੋਲ ਜਾਂਦਾ। ਮੇਰੇ ਅੰਦਰ ਵੀ ਇੱਕ ਇਸ ਤਰ੍ਹਾਂ ਦੀ ਖਿੱਚ ਪੈਦਾ ਹੁੰਦੀ ਹੈ, ਇੱਕ ਤਾਂਘ ਮੇਰੇ ਅੰਦਰ ਬਣਦੀ ਹੈ। ਕਿਹੜੀ ਤਾਂਘ? ਜਿਹੜੀ ਦੂਜੇ ਬੰਨੇ ਲੈ ਜਾ ਰਹੀ ਹੈ ਕਿ ਨਹੀਂ ਭਾਈ ਉਹਨਾਂ ਦਾ ਮਕਾਨ ਵੱਡਾ, ਮੇਰਾ ਮਕਾਨ ਛੋਟਾ ਹੈ। ਉਸਦਾ ਪਰਿਵਾਰ ਬਹੁਤ ਵੱਡਾ ਹੈ, ਉਸਦੇ ਘਰ ਦੇ ਸਾਰੇ ਜੀ ਬਹੁਤ ਵਧੀਆ ਕਮਾਈ ਕਰਦੇ ਹੈ, ਖਾਣਾ ਪੀਣਾ ਪਹਿਨਣਾ ਬੜਾ ਵਧੀਆ ਹੈ, ਉਹ ਵਿਆਹ ਸ਼ਾਦੀਆਂ ਵੀ ਧੂਮ ਧੜੱਕੇ ਕਰਦਾ ਹੈ, ਮੈਂ ਡੋਲ ਜਾਂਦਾ। ਹੁਣ ਇਹ ਸਭ ਕੁਝ ਸੰਸਾਰ ਦੇ ਵਿੱਚ ਬੰਦਾ ਜਦੋਂ ਵੇਖਦਾ ਤੇ ਕੀ ਹੁੰਦਾ ਹੈ ਕਿ ਇਸ ਦੇ ਵਿੱਚ ਫਸ ਜਾਂਦਾ। ਇਸ ਸਭ ਦੇ ਵਿੱਚ ਰਹਿੰਦਿਆਂ ਹੋਇਆਂ ਜਿਹੜੀ ਅਸੀਂ ਗੱਲ ਕੀਤੀ ਕਿ ਕਮਲ ਦਾ ਫੁੱਲ ਚਿੱਕੜ ਦੇ ਵਿੱਚ ਖਿੜਦਾ ਹੈ, ਪੰਖੜੀਆਂ ਨਹੀਂ ਭਿੱਜਣ ਦਿੰਦਾ, ਹੈ ਬੜਾ ਔਖਾ ਹੈ। ਇਸ ਨੂੰ ਗੁਰੂ ਸਾਹਿਬ ਨੇ ਕਿਹਾ ਕਿ ਜਿਉਂਦਿਆਂ ਜੀ ਮੁਕਤ ਹੋਣਾ ਹੈ, ਮੋਖ ਦੁਆਰ। ਇੱਥੇ ਮਰਨ ਤੋਂ ਬਾਅਦ ਮੁਕਤੀ ਨਹੀਂ, ਇੱਥੇ ਜਿਉਂਦਿਆਂ ਜੀ ਦੀ ਖੇਡ ਹੈ, ਕਿਉਂਕਿ ਖੇਡ ਬੜੀ ਔਖੀ ਹੈ। ਅਸੀਂ ਮੈਚ ਜਿੱਤਣਾ ਹੈ, ਲੇਕਿਨ ਮੈਚ ਜਿੱਤਣ ਦੇ ਲਈ ਇਹ ਜਿਹੜਾ ਦੁਆਰ ਹੈ, ਜਿਹੜਾ ਪਲੇਗਰਾਊਂਡ ਹੈ ਸਾਡਾ, ਉਹ ਬੜਾ ਔਖਾ ਹੈ। ਭਾਵ ਕਿ ਦੁਆਰ ਮੁਕਤੀ ਦਾ ਬੜਾ ਔਖਾ ਹੈ। ਰਹਿੰਦਾ ਮੈਂ ਮਾਇਆ ਵਿੱਚ ਹੋਵਾਂ, ਰਹਿੰਦਾ ਮੈਂ ਧਨ ਪਦਾਰਥਾਂ ਦੇ ਵਿੱਚ ਹੋਵਾਂ, ਰਹਿੰਦਾ ਮੈਂ ਗੱਡੀਆਂ ਕਾਰਾਂ ਦੇ ਵਿੱਚ ਹੋਵਾਂ, ਰਹਿੰਦਾ ਮੈਂ ਪਰਿਵਾਰ ਦੇ ਵਿੱਚ ਹੋਵਾਂ, ਤੇ ਸਭ ਤੋਂ ਉਪਰਾਮ ਹੋ ਕੇ ਰਵਾਂ, ਕਿਵੇਂ ਹੋ ਸਕਦਾ ਹੈ? ਬੜਾ ਔਖਾ ਹੈ। ਕਬੀਰ ਸਾਹਿਬ ਨੇ ਬੜੀ ਸੁੰਦਰ ਉਦਾਹਰਨ ਦਿੱਤੀ ਹੈ। ਕਹਿੰਦੇ ਕਬੀਰ ਮੁਕਤ ਦੁਆਰਾ ਸੰਕੁੜਾ, ਰਾਈ ਦਸਵੇਂ ਪਾਏ, ਮਨ ਤੋਂ ਮੈਗਲ ਹੋਏ ਰਹਾ, ਨਿਕਸਿਆ ਕਿਉਂ ਕਰ ਜਾਏ। ਮੁਕਤੀ ਦਾ ਦੁਆਰ ਨੇ ਸਭ ਵਿੱਚ ਰਹਿੰਦਿਆਂ ਹੋਇਆਂ ਆਪਾਂ ਉਪਰਾਮ ਰਹੀਏ। ਕਹਿੰਦੇ ਮੁਕਤ ਦੁਆਰਾ ਸੰਕੁੜਾ, ਸੰਕੁੜਾ ਹੁੰਦਾ ਬਿਲਕੁਲ ਟਾਈਟ, ਬਿਲਕੁਲ ਛੋਟਾ ਹੀ ਹੈ ਨਾ ਭਾਈ। ਔਖਾ ਲੱਗੇਗਾ ਮਾਰਗ, ਆਪਾਂ ਕਹਿੰਦੇ ਨਾ ਜੀ ਬੜਾ ਔਖਾ ਹੈ ਜੀ, ਸਿੱਖੀ ਦੇ ਮਾਰਗ 'ਤੇ ਚੱਲਣਾ ਬੜਾ ਔਖਾ ਹੈ। ਗੁਰੂ ਸਾਹਿਬ ਨੇ ਵੀ ਗੱਲ ਕਹੀ ਸੀ ਨਾ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ। ਇਹ ਬਿਖਮ ਹੈ ਮਾਰਗ, ਲੇਕਿਨ ਇੱਕ ਵਾਰੀ ਚੱਲ ਪਵੋਗੇ, ਜੇ ਰੰਗ ਰੰਗਿਆ ਜਾਏ, ਮਨ ਪਤੀਜ ਜਾਏ ਉਸ ਨਾਮ ਦੇ ਵਿੱਚ, ਤੇ ਫਿਰ ਵੇਖੋ ਇਹ ਖੇਡਦਿਆਂ ਵੀ ਬੜਾ ਆਨੰਦ ਆਉਂਦਾ ਹੈ। ਲੇਕਿਨ ਹੈ ਮਾਰਗ ਬੜਾ ਔਖਾ। ਔਰ ਕਹਿੰਦੇ ਕਬੀਰ ਮੁਕਤ ਦੁਆਰਾ ਸੰਕੁੜਾ, ਰਾਈ ਦਾ ਦਾਣਾ ਬਿਲਕੁਲ ਬਰੀਕ ਹੁੰਦਾ ਹੈ। ਕਹਿੰਦੇ ਬਸ ਇਸੇ ਤਰ੍ਹਾਂ ਹੀ ਹੈ, ਮਾਨੋ ਰਾਈ ਦਾ ਦਾਣਾ ਹੈ ਇਸ ਦੁਆਰ ਦੇ ਵਿੱਚੋਂ ਲੰਘਣਾ। ਮੁਕਤ ਦੁਆਰਾ ਸੰਕੁੜਾ, ਰਾਈ ਦਸਵੇਂ ਪਾਏ, ਰਾਈ ਦਾ ਦਾਣਾ ਛੋਟਾ ਹੈ, ਉਸ ਦਾ ਵੀ 10ਵਾਂ ਹਿੱਸਾ ਬਣਾ ਲਈਏ, ਇੰਨਾ ਔਖਾ ਹੈ, ਟਾਈਟ ਮਾਰਗ ਹੈ। ਮਨ ਤੋਂ ਮੈਗਲ ਹੁੰਦੇ ਹਾਥੀ ਦੀ ਤਰ੍ਹਾਂ ਮਨ ਆਫਰਿਆ ਹੋਇਆ ਸਾਡਾ। ਮੇਰੇ ਬਰਾਬਰ ਕੌਣ ਹੈ ਜੀ, ਮੇਰੇ ਵਰਗਾ ਕੌਣ ਹੈ, ਮੈਂ ਹਉਮੈ ਸਾਡੇ ਅੰਦਰ ਹੈ। ਉਹ ਕਹਿੰਦੇ ਇਸ ਦੁਆਰ ਦੇ ਵਿੱਚੋਂ ਲੰਘੇਗਾ ਕਿਵੇਂ? ਮਨ ਤੋਂ ਮੈਗਲ ਹੋਏ ਰਹਾ, ਆਫਰਿਆ ਹੋਇਆ ਹਉਮੈ ਦੇ ਵਿੱਚ। ਜਿਹੜਾ ਵੀ ਹਉਮੈ ਵਿੱਚ ਧਿਆਨ ਰੱਖਿਓ, ਜਿਸ ਦੇ ਅੰਦਰ ਵੀ ਮੈਂ ਹੈ, ਉਹ ਸਿੱਖੀ ਦੇ ਮਾਰਗ ਦਾ ਪਾਂਧੀ ਨਹੀਂ ਬਣ ਸਕਦਾ। ਉਹ ਗੁਰੂ ਦੇ ਸਿਧਾਂਤ ਉੱਪਰ ਕਦੀ ਪੈਰਾ ਨਹੀਂ ਦੇ ਸਕੇਗਾ, ਜਿਹੜਾ ਮੈਂ ਦਾ ਸ਼ਿਕਾਰ ਹੈ। ਤੇ ਕਹਿੰਦੇ ਮਨ ਤੋਂ ਮੈਗਲ ਹੋਏ ਰਹਾ, ਨਿਕਸਿਆ ਕਿਉਂ ਕਰ ਜਾਏ। ਇਸ ਰਾਈ ਦੇ 10ਵੇਂ ਹਿੱਸੇ ਵਾਲਾ ਮਾਰਗ ਜਿਹੜਾ ਹੈ, ਇਸ ਤੋਂ ਲੰਘੇਗਾ ਕਿਵੇਂ? ਤੇ ਕਬੀਰ ਸਾਹਿਬ ਕਹਿੰਦੇ ਐਸਾ ਸਤਿਗੁਰੂ ਜੇ ਮਿਲੈ। ਕਹਿੰਦੇ ਉਹ ਕੀ ਕਰਦਾ ਹੈ? ਉਹ ਮੁਕਤ ਦੁਆਰਾ ਮੋਕਲਾ, ਸਹਿਜੇ ਆਵੂੰ ਜਾਉ। ਗੁਰੂ ਜੇ ਮਿਲ ਪਵੇ ਤੇ ਗੁਰੂ ਕੀ ਕਰਦਾ ਹੈ? ਉਸ ਮੁਕਤ ਦੁਆਰੇ ਨੂੰ ਖੋਲ ਦਿੰਦਾ ਹੈ। ਐਸਾ ਸਤਿਗੁਰੂ ਜੇ ਮਿਲੈ, ਉਹ ਕੀ ਕਰਦਾ? ਮੋਕਲਾ ਕਰ ਦਿੰਦਾ, ਉਸ ਖੋਲ ਦਿੰਦਾ ਉਸ ਦੁਆਰ ਨੂੰ। ਖੋਲਦਾ ਕਿਵੇਂ ਹੈ? ਇਹ ਹੁਣ ਗੁਰੂ ਸਾਹਿਬਾਨ ਨੇ ਇਸ ਨੂੰ ਖੋਲਿਆ। ਭਗਤ ਕਬੀਰ ਸਾਹਿਬ ਜੀ ਦੇ ਇਹ ਮੁਕਤ ਦੁਆਰਾ ਮੋਕਲਾ, ਭਗਤ ਕਬੀਰ ਸਾਹਿਬ ਨੇ ਇਹ ਸ਼ਲੋਕ ਆਪਣੇ ਆਪ ਦੇ ਵਿੱਚ ਕੰਪਲੀਟ ਹੈ ਬਿਲਕੁਲ। ਗੁਜਰੀ ਕੀ ਵਾਰ ਹੈ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ, ਉਸ ਦੇ ਵਿੱਚ ਇਹ ਸ਼ਲੋਕ ਭਗਤ ਕਬੀਰ ਸਾਹਿਬ ਜੀ ਦਾ। ਲੇਕਿਨ ਕਈ ਵਾਰੀ ਸਾਨੂੰ ਸਮਝ ਨਹੀਂ ਆਉਂਦੀ ਕਿ ਮੁਕਤ ਦੁਆਰਾ ਮੋਕਲਾ ਗੁਰੂ ਕਿਵੇਂ ਕਰ ਦਿੰਦਾ ਹੈ, ਕਿਵੇਂ ਸਾਨੂੰ ਇਸ ਮਾਰਗ ਤੋਂ ਤੋਰ ਦਿੰਦਾ, ਇਸ ਔਖੇ ਮਾਰਗ ਤੋਂ ਤੋਰ ਦਿੰਦਾ। ਇਸੇ ਤਰ੍ਹਾਂ ਦੇ 2 ਸ਼ਲੋਕ ਭਗਤ ਕਬੀਰ ਸਾਹਿਬ ਜੀ ਦੇ ਜਿਹੜੇ ਨੇ, ਉਹਨਾਂ ਦੀ ਸ਼ਲੋਕਾਂ ਦੀ ਲੜੀ ਦੇ ਵਿੱਚ ਵੀ ਨੇ। 58 ਤੇ 59 ਸ਼ਲੋਕ ਹੈ। ਕਬੀਰ ਮੁਕਤ ਦੁਆਰਾ ਸੰਕੁਰਾ, ਇੱਥੇ ਸੰਕੜਾ ਕਿਹਾ ਨਾ, ਉੱਥੇ ਸੰਕੁਰਾ ਕਿਹਾ। ਰਾਈ ਦਸਵੇਂ ਪਾਏ, ਇੱਥੇ 10ਵੇਂ ਪਾਏ ਹੈ, ਉੱਥੇ 10ਵੇਂ ਪਾਏ ਹੈ। ਰਾਈ 10ਵੇਂ ਪਾਏ,
ਉੱਥੇ ਕੁਝ ਸ਼ਬਦਾਂ ਦਾ ਅੰਤਰ ਹੈ, ਗੁਰੂ ਸਾਹਿਬ ਨੇ ਕਿਹਾ। ਭਗਤ ਕਬੀਰ ਸਾਹਿਬ ਨੇ ਇਸ ਦਾ ਜ਼ਿਕਰ ਕੀਤਾ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇਹਨਾਂ ਸ਼ਲੋਕਾਂ ਨੂੰ ਖੋਲ੍ਹਿਆ। ਜਿਹੜਾ ਭਗਤ ਕਬੀਰ ਸਾਹਿਬ ਜੀ ਦਾ ਸ਼ਲੋਕ ਹੈ ਨਾ, ਇਸ ਨੂੰ ਖੋਲ੍ਹਣ ਦਾ ਯਤਨ ਕੀਤਾ। ਗੁਜਰੀ ਕੀ ਵਾਰ ਦੇ ਵਿੱਚ ਗੁਰੂ ਸਾਹਿਬ ਨੇ ਆਪਣਾ ਸ਼ਲੋਕ ਵੀ ਦਰਜ ਕੀਤਾ। ਕਹਿੰਦੇ, ਨਾਨਕ ਮੁਕ ਦੁਆਰਾ ਅਤ ਨੀਕਾ, ਨਾਨਾ ਹੋਏ ਸੋ ਜਾਏ, ਹਉਮੈ ਮਨ ਅਸਥੂਲ ਹੈ, ਕਿਉਂ ਕਰ ਵਿੱਚ ਦੇ ਜਾਏ। ਨਾਨਕ ਮੁਕ ਦੁਆਰਾ, ਗੁਰੂ ਸਾਹਿਬ ਨੇ ਵੀ ਕਿਹਾ ਬਈ ਇਹ ਦੁਆਰ ਬੜਾ ਛੋਟਾ, ਨਾਨਾ ਹੁੰਦਾ ਬਿਲਕੁਲ ਛੋਟਾ ਬਰੀਕ। ਨਾਨਕ ਮੁਕ ਦੁਆਰਾ ਅਤ ਨੀਕਾ, ਬਹੁਤ ਛੋਟਾ ਹੈ। ਨਾਨਾ ਹੋਏ ਸੋ ਜਾਏ, ਇਸ ਦੇ ਵਿੱਚੋਂ ਲੰਘਣ ਦੇ ਲਈ ਬੰਦੇ ਨੂੰ ਛੋਟਾ ਹੋਣਾ ਪੈਣਾ, ਬੰਦੇ ਨੂੰ ਵੀ ਛੋਟਾ ਹੋਣਾ ਪੈਣਾ। ਹੁਣ ਕਿਆ ਆਕਾਰ ਕਰਕੇ ਛੋਟਾ, ਸਰੀਰ ਤੇ ਛੋਟਾ ਨਹੀਂ ਹੋ ਸਕਦਾ, ਮਨ ਕਰਕੇ ਛੋਟਾ ਹੋਣਾ ਪੈਣਾ। ਗੁਰੂ ਸਾਹਿਬ ਕਹਿੰਦੇ ਨੇ ਹਉਮੈ ਮਨ ਅਸਥੂਲ ਹੈ, ਕਿਉਂ ਘਰ ਵਿੱਚ ਦੇ ਜਾਏ। ਹਉਮੈ ਦੇ ਵਿੱਚ ਤੇ ਮਨ ਆਫਰਿਆ ਪਿਆ ਹੈ, ਇਸ ਦੇ ਵਿੱਚੋਂ ਲੰਘੇਗਾ ਕਿਵੇਂ, ਨਹੀਂ ਲੰਘ ਸਕਦਾ। ਤੇ ਫਿਰ ਗੁਰੂ ਸਾਹਿਬ ਕਹਿੰਦੇ ਹੈ ਕਿ ਕੀ ਕਰਦਾ, ਸਤਿਗੁਰੂ ਮਿਲਿਆ ਹਉਮੈ ਗਈ, ਜੋਤ ਰਹੀ ਸਭ ਆਏ, ਇਹ ਜਿਉ ਸਦਾ ਮੁਕਤ ਹੈ, ਸੱਚੇ ਰਹਾ ਸਹਿਜੇ ਆਵੈ ਜਾਏ, ਸਹਿਜੇ ਰਹਿ ਸਮਾਏ। ਗੁਰੂ ਸਾਹਿਬ ਕਹਿੰਦੇ ਕਿ ਜਦੋਂ ਗੁਰੂ ਦੀ ਸ਼ਰਨ ਦੇ ਵਿੱਚ ਮਨੁੱਖ ਜਾਂਦਾ ਹੈ ਤੇ ਗੁਰੂ ਉਹ ਮੋਕਲਾ ਕਿਵੇਂ ਕਰ ਦਿੰਦਾ, ਰਸਤਾ ਖੁੱਲ੍ਹਾ ਕਿਵੇਂ ਕਰ ਦਿੰਦਾ, ਸਾਡੀ ਹਉਮੈ ਨੂੰ ਖਤਮ ਕਰ ਦਿੰਦਾ, ਮਿਟਾ ਦਿੰਦਾ ਹਉਮੈ। ਸਤਿਗੁਰੂ ਹਉਮੈ ਨੂੰ ਤੋੜ ਦਿੰਦਾ, ਹਉਮੈ ਨੂੰ ਮਿਟਾ ਦਿੰਦਾ। ਹਉਮੈ ਦੀ ਜਿਹੜਾ ਅਸੀਂ ਅੰਦਰ ਕਿਲਾ ਖੜਾ ਕੀਤਾ ਹੋਇਆ ਨਾ, ਇਸ ਕਿਲੇ ਨੂੰ ਭੰਨ ਦਿੰਦਾ ਤੇ ਫਿਰ ਸਾਨੂੰ ਮਨ ਕਰਕੇ ਜੋਤ ਦੇ ਤਲ 'ਤੇ ਲਿਆਉਂਦਾ। ਹੁਣ ਜੋਤ ਨਾਲ ਆਪਾਂ ਸਾਰਾ ਕੁਝ ਬੰਦ ਕਰ ਦਈਏ ਤੇ ਇੱਕ ਸੁਰਾਖ ਹੋਵੇ, ਛੋਟਾ ਜਿਹਾ ਰੱਖ ਦਈਏ ਕਿਤੇ ਦਰਵਾਜ਼ੇ ਵਿੱਚ ਜਾਂ ਕਿਸੇ ਦੀਵਾਰ ਦੇ ਵਿੱਚ, ਤੇ ਅੰਦਰ ਹਨੇਰਾ ਹੋਵੇ ਬਿਲਕੁਲ, ਤੇ ਬਾਹਰੋਂ ਉਸ ਸੁਰਾਖ ਦੇ ਵਿੱਚੋਂ ਵੀ ਰੋਸ਼ਨੀ ਆ ਜਾਂਦੀ ਹੈ। ਬਸ ਇਸੇ ਤਰ੍ਹਾਂ ਹੀ ਇਹ ਮੁਕਤ ਦੁਆਰਾ ਹੈ। ਮਾਨੋ ਗੁਰੂ ਸਾਹਿਬ ਕੀ ਕਰਦੇ ਹੈ ਕਿ ਪਹਿਲੇ ਬੰਦਾ ਹਉਮੈ ਵਿੱਚ ਆਫਰਿਆ ਹੋਇਆ ਸੀ, ਹਉਮੈ ਮਨ ਅਸਥੂਲ ਹੈ, ਨਿਕਸਿਆ ਕਿਉਂ ਕਰ ਜਾਏ, ਕਿਉਂ ਕਰ ਵਿੱਚ ਦੇ ਜਾਏ। ਇਸ ਛੋਟੇ ਜਿਹੇ ਸੁਰਾਖ ਭਾਵ ਇਸ ਦੁਆਰ ਦੇ ਵਿੱਚੋਂ ਲੰਘੇਗਾ ਕਿਵੇਂ, ਕਿਉਂਕਿ ਹਉਮੈ ਦੇ ਵਿੱਚ ਹੈ, ਮੈਂ ਉਸ ਦੇ ਅੰਦਰ ਹੈ। ਤੇ ਗੁਰੂ ਸਾਹਿਬ ਕਹਿੰਦੇ ਹੈ ਕਿ ਛੋਟਾ ਹੋਣਾ ਪਏਗਾ, ਇਹ ਜਿਉ ਸਦਾ ਮੁਕਤ ਹੈ, ਸਹਿਜੇ ਰਹੇ ਸਮਾਏ। ਕਿਉਂਕਿ ਉਹ ਜੋਤ ਦੇ ਤਲ 'ਤੇ ਗੁਰੂ ਸਾਨੂੰ ਲਿਆਉਂਦਾ ਤੇ ਜੋਤ ਕਿਸੇ ਵੀ ਛੋਟੇ ਤੋਂ ਛੋਟੇ ਦੁਆਰ ਤੋਂ ਵੀ ਨਿਕਲ ਜਾਂਦੀ। ਪਹਿਲੇ ਜਦੋਂ ਹਉਮੈ ਵਿੱਚ ਸੀ, ਸਰੀਰ ਲਈ ਖਾਣਾ, ਸਰੀਰ ਲਈ ਪੀਣਾ, ਸਰੀਰ ਲਈ ਪਹਿਨਣਾ, ਸਰੀਰ ਲਈ ਸੁੱਖ ਸਾਧਨ ਆਫਰਿਆ ਪਿਆ ਸੀ ਸਰੀਰ ਕਰਕੇ ਕਿ ਨਹੀਂ ਮੈਂ ਬਹੁਤ ਵੱਡਾ ਹਾਂ, ਮੈਂ ਬਹੁਤ ਵੱਡਾ ਹਾਂ, ਮੇਰੇ ਬਰਾਬਰ ਕੌਣ ਹੈ, ਮੇਰੇ ਵਰਗਾ ਕੌਣ ਕੰਮ ਕਰ ਸਕਦਾ। ਹੁਣ ਗੁਰੂ ਨੇ ਕੀ ਕੀਤਾ, ਹਉਮੈ ਦਾ ਉਹ ਬੰਨਾ ਭੰਨ ਦਿੱਤਾ ਤੇ ਜੋਤ ਦੇ ਤਲ 'ਤੇ ਲਿਆਂਦਾ। ਹੁਣ ਕੀ ਹੁੰਦਾ ਕਿ ਜੋਤ ਜਦੋਂ ਹੈ ਉਹ ਬ੍ਰਹਮੰਡੀ ਵਿਚਾਰ ਹੋ ਜਾਂਦੀ, ਉਸ ਦੀ ਜੋਤ ਹਰ ਪਾਸੇ ਪਸਰ ਰਹੀ ਹੈ ਉਸ ਪਰਮਾਤਮਾ ਦੀ। ਅਸੀਂ ਜਦੋਂ ਜੋਤ ਦੇ ਤਲ 'ਤੇ ਆ ਜਾਂਦੇ ਹਾਂ, ਹਉਮੈ ਮਿਟ ਜਾਂਦੀ ਹੈ ਤੇ ਇਸ ਛੋਟੇ ਜਿਹੇ ਦੁਆਰ ਦਾ ਜਿਹੜਾ ਮੁਕਤੀ ਦਾ ਦੁਆਰ ਹੈ, ਇਸ ਦੇ ਵਿੱਚੋਂ ਵੀ ਪਾਰ ਲੰਘ ਜਾਂਦੇ। ਇਸ ਤਰ੍ਹਾਂ ਗੁਰੂ ਸਾਡੀ ਜੀਵਨ ਦੇ ਵਿੱਚ ਤਬਦੀਲੀ ਲਿਆਉਂਦੀ। ਇਸ ਨੂੰ ਗੁਰੂ ਸਾਹਿਬ ਨੇ ਕਿਹਾ ਵੀ ਇਹ ਜੀਵਨ ਮੁਕਤ ਹੈ। ਔਰ ਜੀਵਨ ਮੁਕਤ ਦੀ ਨਿਸ਼ਾਨੀ ਗੁਰੂ ਸਾਹਿਬ ਨੇ ਸਾਨੂੰ ਦਿੱਤੀ ਹੈ ਬਾਣੀ ਦੇ ਅੰਦਰ। ਗੁਰੂ ਅਰਜਨ ਪਾਤਸ਼ਾਹ ਜੀ ਨੇ ਅਸੀਂ ਪੜ੍ਹਦੇ ਹਾਂ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋਊ ਕਹਾਵੈ। ਜਿਹੜੀ ਪਰਮਾਤਮਾ ਦੀ ਰਜ਼ਾ ਨੂੰ ਮੰਨ ਲੈਂਦਾ, ਮਨ ਕਰਕੇ ਆਪਣੇ ਅੰਦਰ ਵਸਾ ਲੈਂਦਾ ਕਿ ਨਹੀਂ ਮੈਂ ਰਜ਼ਾ ਤੋਂ ਉਲਟ ਕੋਈ ਕੰਮ ਨਹੀਂ ਕਰਨਾ। ਪੜ੍ਹਦੇ ਆ ਨਾ, ਸਾਡੀਆਂ ਬੀਬੀਆਂ ਪੜ੍ਹਦੀਆਂ ਸੁਖਮਨੀ ਸਾਹਿਬ, ਪਰ ਇਹਨੂੰ ਧਿਆਨ ਨਾਲ ਪੜ੍ਹੀਏ, ਪ੍ਰਭ ਕੀ ਆਗਿਆ ਆਤਮ ਹਿਤਾਵੈ। ਤੇ ਜੇ ਪੜ੍ਹਦੀਆਂ ਹੋਣ ਸਾਡੀਆਂ ਬੀਬੀਆਂ, ਤੁਸੀਂ ਕਹੋਗੇ ਉਹ ਟੰਗਣ ਬਹੁਤ ਹੋਈ ਜਾ ਰਿਹਾ। ਉਹ ਟੰਗਣ ਤਾਂ ਕਰਦੇ ਆ ਜੀਵਨ ਬਦਲ ਜਾਏ। ਆਪਾਂ ਗੱਲ ਕਰ ਰਹੇ ਹਾਂ ਮੰਨਣ ਦੀ। ਇਹ ਜੇ ਆਪਸੀ ਜਪਜੀ ਸਾਹਿਬ ਜੀ ਦੀ ਵਿਚਾਰ ਸੁਣ ਕੇ ਮੰਨ ਲਈਏ, ਜੀਵਨ ਬਦਲ ਜਾਏਗਾ। ਇਸ ਤੋਂ ਇਹ ਭਾਵ ਨਹੀਂ ਕਿ ਬਾਕੀ ਬਾਣੀ ਪੜ੍ਹਨ ਦੀ ਸਾਨੂੰ ਲੋੜ ਨਹੀਂ ਪਵੇਗੀ, ਨਹੀਂ। ਬਾਣੀ ਦਾ ਹਰ ਇੱਕ ਸ਼ਬਦ, ਹਰ ਇੱਕ ਤੁਕ ਸਾਡੇ ਲਈ ਚਾਨਣ ਮੁਨਾਰਾ ਹੈ, ਇੱਕ ਜੀਵਨ ਜੁਗਤੀ ਸਾਨੂੰ ਬਖਸ਼ਦਾ ਹੈ। ਲੇਕਿਨ ਸਾਡਾ ਜੀਵਨ ਇੱਕ ਅਭਿਆਸੀ ਬਣ ਜਾਏਗਾ ਜਦੋਂ ਅਸੀਂ ਜਪਜੀ ਸਾਹਿਬ ਦੀ ਵਿਚਾਰ ਦੇ ਨਾਲ ਜੁੜਾਂਗੇ, ਮਨ ਕਰਕੇ ਅਪਣਾ ਲਵਾਂਗੇ। ਫਿਰ ਕੋਈ ਬੀਬੀ, ਗੁਰੂ ਸਾਹਿਬ ਕਹਿੰਦੇ ਨਾ, ਜਦੋਂ ਅਸੀਂ ਜੇ ਪੜ੍ਹਦੇ ਹਾਂ ਸੁਖਮਨੀ ਸਾਹਿਬ ਤੇ ਕੋਈ ਬੀਬੀ ਅੰਦਰ ਤੇ ਸਿਰ ਢੱਕ ਕੇ ਰੱਖਦੀ ਹੈ, ਬਾਹਰ ਵੀ ਸਿਰ ਨੰਗਾ ਨਹੀਂ ਰੱਖੇਗੀ। ਕੋਈ ਅੰਦਰ ਬੈਠਾ ਕਹੇਗਾ ਸ਼ਰਾਬ ਦੀਆਂ ਗੱਲਾਂ ਇੱਥੇ ਜਿਹੜੀਆਂ ਸੁਣ ਕੇ ਸੁਣੇਗਾ ਨਾ, ਤੇ ਬਾਹਰ ਵੀ ਸ਼ਰਾਬ ਨੂੰ ਹੱਥ ਨਹੀਂ ਲਾਏਗਾ, ਨਸ਼ਿਆਂ ਨੂੰ ਹੱਥ ਨਹੀਂ ਲਾਏਗਾ, ਫੈਸ਼ਨ ਪ੍ਰਸਤੀ ਵਿੱਚ ਨਹੀਂ ਡੁੱਲੇਗਾ। ਜੀਵਨ ਬਦਲ ਜਾਏਗਾ। ਕਿਉਂ? ਪ੍ਰਭ ਕੀ ਆ ਗਿਆ ਆਤਮ ਹਿਤਾਵੈ, ਅੰਦਰ ਵਸਾ ਲਏਗਾ। ਜੀਵਨ ਮੁਕਤ ਸੋਊ ਕਹਾਵੈ, ਤੈਸਾ ਹਰਖ ਤੈਸਾ ਉਹ ਸੋਗ। ਉਹ ਖੁਸ਼ੀ ਗਮੀ ਦੇ ਵਿੱਚ ਇੱਕੋ ਜਿਹਾ ਰਹੇਗਾ। ਸਦਾ ਆਨੰਦ ਤੈ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ। ਮਾਤਾਵਾਂ ਭੈਣਾਂ ਪ੍ਰਤੀ ਇੱਕ ਬੇਨਤੀ ਹੈ, ਪੜ੍ਹਦੇ ਤਾਂ ਤੁਸੀਂ ਸਾਰੇ ਹੋ। ਤੈਸਾ ਸਵਰਨ, ਸਵਰਨ ਕੀ ਹੁੰਦਾ? ਸੋਨਾ। ਤੇ ਨਾਲ ਗੁਰੂ ਸਾਹਿਬ ਕੀ ਕਹਿੰਦੇ ਹੈ? ਤੈਸਾ ਉਸ ਮਾਟੀ।
ਹੁਣ ਆਪਾਂ ਜਦੋਂ ਦੇਖਦੇ ਹਾਂ ਵਿਆਹ ਸ਼ਾਦੀਆਂ ਦੇ ਵਿੱਚ ਹਾਰ ਸ਼ਿੰਗਾਰ ਕਰਕੇ ਅਸੀਂ ਬੱਚਿਆਂ ਨੂੰ ਨਾਂ ਲਿਆਈਏ, ਅਸੀਂ ਕਹਿੰਦੇ ਆ ਜੀ ਇਹ ਸੁਹਾਗਣ ਦੀ ਨਿਸ਼ਾਨੀ ਥੋੜ੍ਹੀ ਹੈ। ਤੂੰ ਹਾਰ ਸ਼ਿੰਗਾਰ ਨਹੀਂ ਕੀਤਾ, ਤੂੰ ਨੈਕਲੈਸ ਨਹੀਂ ਪਾਇਆ, ਤੂੰ ਸੋਨਾ ਨਹੀਂ ਪਾਇਆ, ਤੂੰ ਕਾਂਟੇ ਨਹੀਂ ਪਾਏ, ਤੂੰ ਚੂੜੀਆਂ ਨਹੀਂ ਪਾਈਆਂ, ਇਹ ਕਹਿੰਦੇ ਆ ਨਾ ਆਪਾਂ। ਕਿਉਂਕਿ ਇਹ ਗੱਲਾਂ ਆਮ ਕਰਕੇ ਆਪਾਂ ਇਹਨਾਂ ਨੂੰ ਵੇਲਾ ਵਿਹਾ ਜਾਂਦੇ ਹਾਂ। ਕਿਉਂ? ਇਹ ਤੱਤੇ ਰੇਤੇ ਉੱਪਰ ਪੈਰ ਰੱਖਣ ਦੇ ਬਰਾਬਰ ਹੈ। ਇਹ ਤੱਤੇ ਰੇਤੇ ਉੱਪਰ ਪੈਰ ਰੱਖਣ ਦੇ ਬਰਾਬਰ ਹੈ, ਥੱਲੋਂ ਪੈਰ ਸੜੇਗਾ। ਕੀ ਭਾਵ ਹੈ? ਮੈਂ ਤੁਹਾਡੇ ਸਾਹਮਣੇ ਬੋਲ ਰਿਹਾ। ਹੋ ਸਕਦਾ ਕੋਈ ਐਸਾ ਪ੍ਰਚਾਰਕ ਜਿਹੜਾ ਸੱਚ ਦੀ ਗੱਲ ਕਰੇ, ਇਹ ਨਹੀਂ ਕਿ ਮੈਂ ਬਹੁਤੀ ਸੱਚ ਦੀ ਗੱਲ ਕਰ ਰਿਹਾ, ਹੋ ਸਕਦਾ ਉਹਨੂੰ ਦੁਬਾਰਾ ਸਟੇਜ ਹੀ ਨਾ ਮਿਲੇ, ਤੱਤੇ ਰੇਤੇ ਉੱਪਰ ਪੈਰ ਰੱਖਣ ਦੇ ਬਰਾਬਰ ਹੈ। ਪਰ ਗੁਰੂ ਨਾਨਕ ਦਾ ਸਿਧਾਂਤ ਇਹ ਨਹੀਂ ਹੈ। ਹੁਣ ਆਪਾਂ ਗੱਲ ਕਰਦੇ ਹਾਂ, ਤੈਸਾ ਸਵਰਨ ਤੈਸੀ ਉਸ ਮਾਟੀ। ਗੁਰੂ ਸਾਹਿਬ ਨੇ ਇੱਕੋ ਪੰਕਤੀ ਵਿੱਚ ਗੱਲ ਕਹੀ ਹੈ, ਮਾਨੋ ਜਿਹਨੇ ਸੋਨਾ ਪਹਿਨਿਆ ਹੋਇਆ ਉਹਨੇ ਮਿੱਟੀ ਪਹਿਨੀ ਹੋਈ ਹੈ। ਅਸੀਂ ਸੋਨੇ ਦੇ ਉੱਪਰ ਡੁੱਲ ਜਾਂਦੇ ਹਾਂ। ਕਿੰਨਾ ਪਿਆਰ ਹੈ ਸਾਨੂੰ ਸੋਨੇ ਦੇ ਨਾਲ। ਸੋਨਾ ਚਲਾ ਨਹੀਂ ਜਾਣਾ ਚਾਹੀਦਾ, ਜਾਨ ਭਾਵੇਂ ਚਲੀ ਜਾਏ, ਸੋਨਾ ਨਹੀਂ ਜਾਣਾ ਚਾਹੀਦਾ। ਰਹਿ ਸਕਦੀ ਕੋਈ ਬੀਬੀ, ਅੱਜ ਸਿੱਖ ਬੀਬੀ ਵੀ ਸੋਨੇ ਬਗੈਰ ਰਹਿ ਸਕਦੀ ਹੈ? ਦੱਸਿਓ। ਫਿਰ ਆਪਾਂ ਕਹੀਏ ਆਪਾਂ ਗੁਰੂ ਦੇ ਸਿੱਖ ਹਾਂ, ਅਸੀਂ ਸੁਖਮਨੀ ਸਾਹਿਬ ਪੜ੍ਹਦੇ ਹਾਂ, ਅਸੀਂ ਜਪਜੀ ਸਾਹਿਬ ਦੀ ਵਿਚਾਰ ਕਰਦੇ ਹਾਂ, ਮੈਂ ਨਿਤਨੈਮੀ ਹਾਂ, ਮੇਰੇ ਵਰਗਾ ਪ੍ਰਚਾਰਕ ਕੌਣ ਹੈ? ਤੇ ਡੁੱਲਿਆ ਮੈਂ ਵੀ ਸੋਨੇ ਦਾ ਕੜਾ ਪਾਏ ਬੈਠਾ। ਮੈਨੂੰ ਇਹ ਨਹੀਂ ਪਤਾ ਕਿ ਗੁਰੂ ਨੇ ਮੈਨੂੰ ਕੜਾ ਦਿੱਤਾ ਹੋਇਆ ਹੈ ਸਰਵਲੋਹ ਦਾ, ਅਤੇ ਮੈਂ ਸੋਨੇ ਦਾ ਕੜਾ ਆਪਣੇ ਹਉਮੈ ਦਾ ਪ੍ਰਗਟਾਵਾ ਕਰਨ ਦੇ ਲਈ ਮੈਂ ਵੀ ਸੋਨਾ ਪਾਇਆ ਹੋਇਆ। ਕਿਆ ਮੇਲ ਅਤੇ ਕਿਆ ਫੀਮੇਲ, ਕਿਆ ਸਿੱਖ ਅਤੇ ਕਿਆ ਸਿੱਖ ਦੀ ਬੱਚੀ, ਸਾਰੇ ਸੋਨੇ ਉੱਪਰ ਅੱਜ ਡੁੱਲੇ ਹੋਏ ਆ। ਗੁਰੂ ਸਾਹਿਬ ਕਹਿੰਦੇ ਮਾਨੋ ਮਿੱਟੀ ਪਹਿਨੀ ਹੋਈ ਹੈ। ਅਤੇ ਗੁਰੂ ਸਾਹਿਬ ਕਹਿੰਦੇ ਪ੍ਰਭ ਕੀ ਆ ਗਿਆ ਆਤਮ ਹਿਤਾਵ ਹੈ, ਜੀਵਨ ਮੁਕਤ ਸੋਊ ਕਹਾਵੈ। ਉਹ ਖੁਸ਼ੀ ਗਮੀ ਦੇ ਵਿੱਚ ਇੱਕੋ ਜਿਹਾ ਰਹਿੰਦਾ। ਅਸੀਂ ਖੁਸ਼ੀ ਗਮੀ ਦੇ ਵਿੱਚ ਢੋਲ ਧਮਾਕੇ ਕਰਦੇ ਹਾਂ, ਕਾਕਟੇਲ ਪਾਰਟੀਆਂ ਕਰਦੇ ਹਾਂ, ਖੂਬ ਧੂਮ ਧੜੱਕਾ ਕਰਦੇ ਹਾਂ, 10-10 ਦਿਨ ਖਾਈ ਜਾਂਦੇ ਹਾਂ। ਉਹ ਕਹਿੰਦਾ ਤੁਸੀਂ ਇੱਕੋ ਜਿਹਾ ਰਹਿਣਾ ਬਾਈ। ਅਤੇ ਗਮੀ ਆਉਂਦੀ ਹੈ, ਘਰ ਦੇ ਵਿੱਚ ਕੋਈ ਜੀ ਚਲਾ ਜਾਂਦਾ ਅਤੇ ਅਸੀਂ ਰੋਣਾ ਪਿੱਟਣਾ ਸ਼ੁਰੂ ਕਰ ਦਿੰਦੇ ਹਾਂ। ਇਹ ਸਿੱਖ ਦੀ ਨਿਸ਼ਾਨੀ ਨਹੀਂ, ਇਹ ਐਕਟਿੰਗ ਹੈ। ਅਤੇ ਐਕਟਿੰਗ ਸਿੱਖੀ ਦਾ ਨਾਮ ਨਹੀਂ ਹੈ। ਅਤੇ ਗੁਰੂ ਸਾਹਿਬ ਕਹਿੰਦੇ ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਕ ਖਾਟੀ। ਕਿ ਕੋਈ ਖਾਣ ਨੂੰ ਬੜੇ ਵਧੀਆ ਪਦਾਰਥ ਵੀ ਮਿਲ ਜਾਣ ਨਾ, ਕਹਿੰਦੇ ਸੱਚੇ ਪਾਤਸ਼ਾਹ ਇਹ ਤੇਰੀ ਦਿੱਤੀ ਹੋਈ ਦਾਤ ਹੈ। ਅਤੇ ਜੇ ਕਿਤੇ ਖੱਟੀ ਲੱਸੀ ਵੀ ਮਿਲ ਜਾਏ, ਬਹੁਤਾ ਵਧੀਆ ਖਾਣਾ ਨਾ ਹੋਵੇ, ਰੁੱਖੀ ਮਿੱਸੀ ਵੀ ਖਾਣੀ ਪਵੇ, ਅਤੇ ਕਹਿਣ ਲੱਗੇ ਸੱਚੇ ਪਾਤਸ਼ਾਹ ਇਹ ਵੀ ਤੇਰੀ ਰਜ਼ਾ ਹੈ। ਅੱਜ ਤੂੰ ਇਸ ਹਾਲਤ ਵਿੱਚ ਰੱਖਿਆ, ਕੱਲ੍ਹ ਨੂੰ ਇਹ ਹਾਲਤ ਵੀ ਬਦਲ ਸਕਦੀ ਹੈ। ਇਸ ਤਰ੍ਹਾਂ ਦੀ ਅਵਸਥਾ ਬਣਦੀ। ਪ੍ਰਭ ਕੀ ਆ ਗਿਆ ਆਤਮ ਹਿਤਾਵ ਹੈ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਕ ਖਾਟੀ, ਤੈਸਾ ਮਾਨ ਤੈਸਾ ਅਭਿਮਾਨ। ਮੇਰਾ ਮਾਣ ਕਿਉਂ ਨਹੀਂ ਕੀਤਾ? ਮੈਨੂੰ ਸਿਰ ਪਾਓ ਕਿਉਂ ਨਹੀਂ ਭੇਟ ਕੀਤੀ? ਮੈਂ ਤਾਂ ਬਹੁਤ ਵੱਡਾ ਵਧੀਆ ਪ੍ਰਚਾਰਕ ਸਾਂ, ਮੈਂ ਆਪਣਾ ਟਾਈਮ ਕੱਢ ਕੇ ਗਿਆ ਔਰ ਮੇਰੀ ਉਹਨਾਂ ਨੇ ਕੋਈ ਸਾਰ ਨਹੀਂ ਲਈ। ਗੁਰੂ ਸਾਹਿਬ ਕਹਿੰਦੇ ਆ ਕਿ ਇਸ ਤਰ੍ਹਾਂ ਦੀ ਅਵਸਥਾ ਤੋਂ ਬਾਹਰ ਆ ਜਾਂਦਾ। ਜੇ ਕਿਤੇ ਕੋਈ ਬੈਠਾ ਹੋਵੇ ਨਾ, ਅਤੇ ਜੇ ਉਸਦਾ ਕੋਈ ਅਪਮਾਨ ਵੀ ਕਰ ਦੇਵੇ, ਉਹ ਤਾਂ ਵੀ ਕਹਿੰਦਾ ਸਤ ਬਚਨ, ਕੋਈ ਗੱਲ ਨਹੀਂ। ਇਹ ਤੁਹਾਡੀ ਆਪਣੀ ਸੋਚ ਹੈ। ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ। ਜੇ ਗਰੀਬੀ ਆ ਜਾਏ ਤਾਂ ਵੀ ਖੁਸ਼ੀ ਹੈ, ਕੋਈ ਗੱਲ ਨਹੀਂ। ਅਤੇ ਜੇ ਕੋਈ ਰਾਜਿਆਂ ਦੀ ਤਰ੍ਹਾਂ ਬਹੁਤ ਵੱਡਾ ਤਖਤ ਮਿਲ ਜਾਏ ਤਾਂ ਵੀ ਸੱਚੇ ਪਾਤਸ਼ਾਹ ਇਹ ਤੇਰੀ ਰਜ਼ਾ ਹੈ, ਤੇਰੀ ਦਾਤ ਹੈ। ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕੋ ਪੁਰਖ ਕਹੀਐ ਜੀਵਨ ਮੁਕਤ। ਕਹਿੰਦੇ ਜਿਸ ਤਰ੍ਹਾਂ ਦੀ ਉਹ ਜੁਗਤੀ ਵਰਤਾ ਰਿਹਾ ਨਾ, ਜਿਸ ਤਰ੍ਹਾਂ ਦੀ ਉਸਦੀ ਰਜ਼ਾ ਸੰਸਾਰ ਦੇ ਵਿੱਚ ਚੱਲ ਰਹੀ ਹੈ, ਉਸ ਨੂੰ ਮੰਨ ਲੈਂਦਾ ਹੈ। ਬਸ ਉਸਦੇ ਭਾਣੇ ਵਿੱਚ ਰਹਿੰਦਾ, ਉਸਦੀ ਰਜ਼ਾ ਦੇ ਵਿੱਚ ਰਹਿੰਦਾ। ਕੋਸ਼ਿਸ਼ ਕਰੀਏ ਜੇ ਆਪਾਂ ਇਸ ਅਵਸਥਾ ਨੂੰ ਮਾਨਣਾ ਨਾ ਮੰਨਣਾ, ਪਾਵੇਂ ਮੋਖ ਦੁਆਰ, ਅਤੇ ਫਿਰ ਪਰਮਾਤਮਾ ਦੀ ਰਜ਼ਾ ਦੇ ਵਿੱਚ ਆ ਜਾਓ। ਜੋ ਕੁਝ ਪੜ੍ਹਦੇ ਹੋ ਤੁਸੀਂ, ਉਸ ਪੜ੍ਹਨ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਵੋ। ਜੋ ਬਾਣੀ ਰਾਹੀਂ, ਨਾਮ ਰਾਹੀਂ, ਸ਼ਬਦ ਰਾਹੀਂ ਪੜ੍ਹਦੇ ਹੋ, ਉਸ ਜੀਵਨ ਦਾ ਆਧਾਰ ਬਣ ਜਾਏ। ਮੰਨੈ ਪਰਵਾਰੈ ਸਾਧਾਰ। ਕਹਿੰਦੇ ਜੇ ਦਿਲੋਂ ਮਨੋਂ ਪਰਮਾਤਮਾ ਦਾ ਨਾਮ ਕੋਈ ਮੰਨ ਲੇ, ਤਾਂ ਆਪਣੇ ਪਰਿਵਾਰ, ਆਪਣੇ ਸੰਗੀ ਸਾਥੀਆਂ ਨੂੰ ਵੀ ਨਾਮ ਦੀ ਲਗਨ ਦ੍ਰਿੜ ਕਰਵਾ ਦਿੰਦਾ, ਉਹਨਾਂ ਦੇ ਅੰਦਰ ਪੱਕਾ ਕਰ ਦਿੰਦਾ। ਲੇਕਿਨ ਇਸ ਪ੍ਰਤੀ 2-3 ਵਿਚਾਰਾਂ ਜਿਹੜੇ ਨੁਕਤੇ ਨੇ ਉਹ ਬੜੇ ਧਿਆਨ ਦੇਣ ਯੋਗ ਨੇ। ਇੱਕ ਤਾਂ ਮੈਂ ਤੁਹਾਡੇ ਸਨਮੁਖ ਬੋਲ ਰਿਹਾ, ਜੇ ਮੈਂ ਪਰਮਾਤਮਾ ਦੇ ਨਾਮ ਨੂੰ ਮੰਨ ਲਿਆ ਹੋਇਆ ਹੈ ਤੇ ਮੈਂ ਕੀ ਕਰਾਂਗਾ? ਪਰਿਵਾਰ ਹੈ ਸਾਧਾਰ, ਪਰਿਵਾਰ ਹੈ ਤੋਂ ਭਾਵ ਇੱਥੇ ਭਾਵੇਂ ਪਰਿਵਾਰ ਦੀ ਗੱਲ ਕੀਤੀ, ਪਰ ਉਹਨਾਂ ਦੇ ਨਾਲ ਜਿਨ੍ਹਾਂ ਦੀ ਸੰਗਤ ਬਣਦੀ ਹੈ। ਜੇ ਕੋਈ ਪਰਮਾਤਮਾ ਦਾ ਨਾਮ ਬਣਦਾ ਹੈ, ਜਿਸ ਦੀ ਵੀ ਸੰਗਤ ਉਸ ਦੇ ਨਾਲ ਬਣਦੀ ਜਾਂਦੀ ਹੈ, ਉਹਨਾਂ ਦੇ ਅੰਦਰ ਉਹ ਨਾਮ ਦੀ ਲਗਨ ਦ੍ਰਿੜ ਕਰਵਾ ਦਿੰਦਾ ਹੈ, ਉਹਨਾਂ ਦਾ ਵੀ ਜੀਵਨ ਬਦਲ ਦਿੰਦਾ ਹੈ, ਉਹਨਾਂ ਦੇ ਅੰਦਰ ਵੀ ਇਹ ਲਟਕ ਪੈਦਾ ਹੋ ਜਾਂਦੀ ਹੈ। ਲੇਕਿਨ ਇਸ ਪ੍ਰਤੀ ਇਹ ਨੁਕਤਾ ਸਭ ਤੋਂ ਪਹਿਲਾਂ ਇਹ ਹੈ ਕਿ ਪ੍ਰਥਮੈ ਮਨ ਪਰ ਬੋਧੈ ਆਪਣਾ, ਪਾਛੈ ਅਵਰ ਰਿਝਾਵੈ। ਮੈਂ ਬੋਲ ਰਿਹਾ, ਮੈਂ ਕੁਝ ਗੱਲ ਕਰ ਰਿਹਾ, ਮੇਰਾ ਜੀਵਨ ਉਸ ਤਰ੍ਹਾਂ ਦਾ ਹੋਣਾ ਚਾਹੀਦਾ, ਉਸ ਤਰ੍ਹਾਂ ਦਾ ਹੋਣਾ ਚਾਹੀਦਾ।
दूजा नुकता यह है कि कई बारी मेरा अपना जीवन है, मैं नाम जपदा, मैं बाणी पढ़दा, मैं गुरु की गल गुरु के सिद्धांत उपर पहरा देण दा यतन करदा हाँ, लेकिन मेरी सोच इत्थे तक कई बारी सीमित हो जाती है, छड्डो जी और नहीं कोई गल सुनदा, मैं की लैना देना, मैं अपने घर दे विच बैठा नाम जपदा रवां, वाहिगुरू वाहिगुरू करदा रवां, घट्टो घट्ट अपना जीवन तो सफला करावां। ये भी अधूरा है, ये गुरमत का सिद्धांत नहीं है। ये भी नुकता समझण की लोड़ है कि आप जपो अवरा नाम जपावो, इसते पैरा देना है। जे मैं मनिया होया परमात्मा का नाम मेरे अंदर लगन है तो मेरे अंदर ये सोच होनी चाहिए कि नहीं, मैं गुरु की गल नूं बाहर संसार दे विच भी वरताउणा है। दो चीज़ां फिर आप कई बारी देखते हाँ, गुरु साहब कहते हैं मन्ना परवार है साधार, उन्होंने अंदर लगन पैदा कर दिंदा है, लटक लग जाती है। लेकिन जिन्हां ने संगत करनी है, उस जिसने मन लिया होया है नाम, उन्हां दे अंदर भी दो तीन चीज़ों का ध्यान रखना बड़ा जरूरी है। एक तो वो कि उन्हां दी बिरती मनण वाली बने, जे नहीं बनेगी तो फिर गुरु साहब कहते हैं उन्हां दा भी जीवन कभी बदल नहीं सकेगा। असीं वेखदे हां कि गुरमुख ਜਿਹੜੇ ਧਾਰਨੀ ਨੇ ਉਹਨਾਂ ਦੀ ਸੰਗਤ ਕਰਨ ਵਾਲਿਆਂ ਦਾ ਵੀ ਜੀਵਨ ਕਈ ਵਾਰੀ ਨਹੀਂ ਬਦਲਦਾ। ਸਾਡੇ ਸਾਹਮਣੇ ਮਿਸਾਲਾਂ ਨੇ, ਅਸੀਂ ਦੂਰ ਕਿਉਂ ਜਾਈਏ, ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਆਪਾਂ ਬੈਠੇ ਹਾਂ, ਕਿਆ ਸਾਡੇ ਸਾਰਿਆਂ ਦਾ ਜੀਵਨ ਬਦਲ ਰਿਹਾ? ਨਿਤ ਆਪਾਂ ਸੰਗਤ ਕਰਦੇ ਹਾਂ, ਨਿਤ ਵਿਚਾਰ ਸੁਣਦੇ ਹਾਂ, ਨਿਤ ਪਾਠ ਕਰਦੇ ਹਾਂ, ਨਿਤ ਕੀਰਤਨ ਸੁਣਦੇ ਹਾਂ, ਕਿਆ ਜੀਵਨ ਬਦਲਿਆ? ਇਸ ਤੋਂ ਭਾਵ ਇਹ ਹੈ ਕਿ ਸਾਡੇ ਦੇ ਵਿੱਚ ਕਮੀ ਹੈ, ਸਾਡੇ ਵਿੱਚ ਕਮੀ ਹੈ, ਸਾਡੀ ਉਹ ਬਿਰਤੀ ਮੰਨਣ ਵਾਲੀ ਤਿਆਰ ਨਹੀਂ ਹੋਈ, ਅਸੀਂ ਪੈਦਾ ਨਹੀਂ ਕਰ ਸਕੇ ਤੇ ਫਿਰ ਜੀਵਨ ਨਹੀਂ ਬਦਲ ਸਕੇਗਾ। ਗੁਰੂ ਸਾਹਿਬ ਕਹਿੰਦੇ ਆ ਮਨਮੁਖ ਲੋਕ ਸਮਝਾਈਆ ਕਦੋਂ ਸਮਝਾਇਆ ਜਾਏ, ਮਨਮੁਖ ਰਲਾਇਆ ਨਾ ਰਲੈ ਪਿਆ ਕਿਰਤ ਫਿਰਾਏ। ਕਹਿੰਦੇ ਜਿਹੜਾ ਮਨ ਦੇ ਪਿੱਛੇ ਤੁਰਨ ਵਾਲਾ ਨਾ, ਜਿਹੜਾ ਮੰਨਣ ਦੀ ਅਵਸਥਾ ਵਿੱਚ ਨਹੀਂ ਆਉਂਦਾ, ਕਹਿੰਦੇ ਉਸ ਨੂੰ ਜਿੰਨਾ ਮਰਜ਼ੀ ਸਮਝਾਓ ਉਹਨੇ ਕਦੀ ਨਹੀਂ ਸਮਝਣਾ। ਉਹਨੂੰ ਗੁਰਮੁਖਾਂ ਦੀ ਸੰਗਤ ਵਿੱਚ ਬਿਠਾ ਦਿਓ, ਗੁਰੂ ਦੇ ਕੋਲ ਬਿਠਾ ਦਿਓ, ਉਹ ਗੁਰੂ ਦੀ ਰੰਗਤ ਨੂੰ ਆਪਣੇ ਉੱਤੇ ਚਾੜਨ ਵਾਸਤੇ ਤਿਆਰ ਹੀ ਨਹੀਂ ਹੁੰਦਾ। ਮਨਮੁਖ ਰਲਾਇਆ ਨਾ ਰਲੈ, ਨਹੀਂ ਰਲਦਾ ਉਹਨਾਂ ਦੇ ਵਿੱਚ, ਉਹਨੇ ਆਪਣੀ ਗੱਲ ਕਰਨੀ ਹੈ। ਪਿਆ ਕਿਰਤ ਫਿਰਾਏ ਲਿਵ ਧਾਤ ਦੋਏ ਰਾਹ ਹੈ, ਹੁਕਮੀ ਕਾਰ ਕਮਾਏ। ਲੇਕਿਨ ਗੁਰੂ ਸਾਹਿਬ ਕਹਿੰਦੇ ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਕਸਵੱਟੀ ਲਾਏ। ਦੋਵਾਂ ਦਾ ਅੰਤਰ ਸਾਨੂੰ ਦੱਸ ਦਿੱਤਾ। ਜਿਹੜੇ ਗੁਰਮੁਖ ਨੇ, ਜਿਹੜੇ ਜਿਨ੍ਹਾਂ ਦੀ ਬਿਰਤੀ ਜਿਨ੍ਹਾਂ ਨੇ ਤਿਆਰ ਕੀਤੀ ਹੋਈ ਕਿ ਮੈਂ ਮੰਨਣਾ ਹੈ ਪਰਮਾਤਮਾ ਦਾ ਨਾਮ, ਉਹ ਸ਼ਬਦ ਦੀ ਕਸਵੱਟੀ ਲਗਾਉਂਦੇ ਹੈ ਕਿ ਸ਼ਬਦ ਕੀ ਕਹਿ ਰਿਹਾ, ਮੇਰਾ ਜੀਵਨ ਬਦਲਿਆ ਕਿ ਨਹੀਂ ਬਦਲਿਆ। ਹਰ ਰੋਜ਼ ਦੇਖਦਾ, ਹਰ ਰੋਜ਼ ਦੇਖਦਾ। ਜਿਵੇਂ ਆਪਾਂ ਦੇਖਦੇ ਨਾ ਕੋਈ ਬੰਦਾ ਇੰਪਲਾਈ ਹੋਵੇ, ਉਹ ਦੇਖਦਾ ਬਈ ਮੇਰੀ ਇਨਕਰੀਮੈਂਟ ਲੱਗੀ, ਮੇਰੀ ਤਨਖਾਹ ਕਿੰਨੀ ਵਧੀ, ਮੈਨੂੰ ਕਿੰਨਾ ਮਿਲੇਗਾ, ਮੈਨੂੰ ਏਰੀਅਰ ਕਿੰਨਾ ਮਿਲੇਗਾ। ਇਸੇ ਤਰ੍ਹਾਂ ਹੀ ਗੁਰਮੁਖ ਕਰਦਾ। ਗੁਰਮੁਖ ਆਪਣੇ ਸਾਹਮਣੇ ਸ਼ਬਦ ਰੱਖਦਾ, ਸ਼ਬਦ ਦੀ ਕਸਵੱਟੀ ਲਗਾਉਂਦਾ ਆਪਣੇ ਜੀਵਨ ਦੇ ਉੱਪਰ ਕਿ ਨਹੀਂ ਗੁਰੂ ਨੇ ਮੈਨੂੰ ਅੱਜ ਇਹ ਗੱਲ ਕਹੀ, ਕਿਆ ਮੈਂ ਇਸ ਗੱਲ ਦੇ ਉੱਪਰ ਪੈਰਾਂ ਦੇ ਰਿਹਾ ਕਿ ਨਹੀਂ ਦੇ ਰਿਹਾ। ਲੇਕਿਨ ਮਨਮੁਖ ਹੈ ਔਰ ਨਾ ਰਲਦਾ ਹੀ ਨਹੀਂ ਉਹਨਾਂ ਦੇ ਵਿੱਚ, ਨਹੀਂ ਰਲਦਾ। ਕੁੜਿਆਰ ਕੁੜਿਆਰੀ ਜਾਇ ਰਲੇ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਜਿਹੜੇ ਕੁੜਿਆਰੇ ਮਨੁੱਖ ਨੇ ਉਹਨਾਂ ਨੇ ਕੂੜ ਦੀ ਗੱਲ ਹੀ ਕਰਨੀ ਹੈ, ਲੇਕਿਨ ਜੇ ਲਗਨ ਲੱਗ ਜਾਏ ਤਾਂ ਫਿਰ ਜੀਵਨ ਬਦਲ ਜਾਂਦਾ ਹੈ। ਇਸ ਲਈ ਗੁਰੂ ਸਾਹਿਬ ਨੇ ਕਿਹਾ, ਇੱਕ ਉਦਾਹਰਨ ਦਿੱਤੀ ਕਬੀਰ ਸਾਹਿਬ ਨੇ। ਪਹਿਲੇ ਆਪਾਂ ਉਹ ਉਦਾਹਰਨ ਲਈਏ। ਕਬੀਰ ਬਾਂਸ ਵਡਾਈ ਬੂਢਿਆ ਇਉਂ ਮਤ ਡੂਬੋ ਕੋਏ, ਚੰਦਨ ਕੈ ਨਿਕਟੈ ਬਸੈ ਬਾਂਸ ਸੁਗੰਧ ਨਾ ਹੋਏ। ਜੇ ਮੈਂ ਬਾਂਸ ਵਰਗਾ, ਬਾਂਸ ਬੜਾ ਉੱਚਾ ਲੰਬਾ ਹੈ, ਭਾਵ ਹੈ ਕਿ ਮੈਂ ਹਉਮੈ ਦੇ ਵਿੱਚ ਹਾਂ, ਮੈਂ ਦੇ ਵਿੱਚ ਹਾਂ, ਅਤੇ ਮੈਂ ਚੰਦਨ ਦੇ ਨਿਕਟ, ਭਾਵ ਗੁਰੂ ਚੰਦਨ ਦੀ ਨਿਆਈ ਹੈ, ਗੁਰੂ ਦੀ ਸੰਗਤ ਚੰਦਨ ਦੀ ਨਿਆਈ ਹੈ। ਅਤੇ ਜੇ ਮੈਂ ਉਸ ਦੇ ਵਿੱਚ ਬੈਠਾ ਵੀ ਰਵਾਂ ਲੇਕਿਨ ਹੋਵਾਂ ਬਾਂਸ ਵਰਗਾ, ਮੇਰਾ ਜੀਵਨ ਨਹੀਂ ਬਦਲੇਗਾ, ਨਹੀਂ ਬਦਲੇਗਾ। ਇਸ ਲਈ ਕਹਿੰਦੇ ਸੰਗਤ ਨੂੰ ਕਬੂਲ ਕਰਨ ਦੀ ਬਿਰਤੀ ਆਪਣੇ ਅੰਦਰ ਪੈਦਾ ਕਰੀਏ। ਜਿਨ੍ਹਾਂ ਨੇ ਕਬੂਲ ਕੀਤਾ ਜੀਵਨ ਬਦਲ ਗਿਆ। ਆਪਾਂ ਦੇਖਦੇ ਹਾਂ ਨਾ, ਭਾਈ ਲਹਿਣਾ ਜੀ ਦਾ ਜੀਵਨ ਬਦਲਦਾ। ਜਿਤ ਸੇਵ ਇੱਕੋ ਸ਼ਬਦ ਸੁਣਦੇ ਆ, ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ, ਜਿਤ ਕੀਤਾ ਪਾਈਐ ਆਪਣਾ ਸਾਗ ਘਾਲ ਬੁਰੀ ਕਿਉਂ ਕਾਲੀਐ, ਮੰਦਾ ਮੂਲ ਨਾ ਕੀਚੇ ਦੇ ਲੰਮੀ ਨਦਰ ਨਿਹਾਲੀਐ, ਜੇ ਸਾਹਿਬ ਨਾਲ ਨਾ ਹਾਰੀਐ एवे हा पासा ढालिया किछ लाहे उपर घालिया। शब्द सुनिया, भाई लहणे जी का जीवन बदल गया, गुरु अंगद पातशाह जी की पदवी पर पहुँचे। बीबी अमरो की गल करते हैं, आप बीबियों का कितना उच्चा स्थान है। गुरबाणी के अंदर भी आप देखते हैं कि जिक्र है, माता खीवी जी का जिक्र है। हुण बीबी अमरो जी भाई गुरु अंगद पातशाह जी की सपुत्री है, तो गुरु अमरदास पातशाह जी के भतीजे नाल विआहे होए ने। तो गुरु अमरदास पातशाह जी हाले बाबा अमरदास जी के रूप के विचर रहे हैं। अंदरों धर्मी ने, अंदरों मनण वाली वो बिरती है, लेकिन धर्म का मार्ग किहड़ा असली है उस मार्ग तो खुंजे हुए ने। वो धर्म का मार्ग हाली वो जाणिया नहीं गुरु साहिबान ने। तो वो यात्रावां ते जाते हैं, तीर्थां ते हर साल जाते हैं। तो जदों आपां सारे जानते हैं साखी कि उस साधु नाल मुलाकात होंदी है, उसकी बड़ी सेवा भी करते, अंदर सेवा भावना है सी।
तो कहने लगा, बई मैं एक निगुरे के हाथों लंगर छकिया, तू मेरा भी जन्म भ्रिष्ट कर दिता। तो बाबा अमरदास जी सोचन लगे कि मैं तो हाली निगुरा ही हाँ। घर आए शब्द पहले भी सुनते हुए उन्हें, लेकिन हुण बिरती मनन वाली आ गई। तो शब्द सुन रहे सन, करनी कागद मन मसवानी, बुरा भला दोए लेख पे, ज्यों ज्यों किरत चलाए त्यों चलिए, तो गुण नाही अंत हरे, चित चेतस की नहीं बावरिया, हर बिसरत तेरे गुण गलिया। तो जदों बीबी अमरो जी इस पंक्ति ते आए, भया मनूर कंचन फिर होवै, जे गुर मिलै तनेहा, एक नाम अमृतो देवै, तो नानक तृष्टस देवा। सड़िया होया लोहा भी होवे, जे गुरु की शरण दे विच चला जाए, सोने वर्गा बन जाता है। भाव उसका जीवन बड़ा आत्मक शिखरता वाला बन जाता है। तुक्कां सुनिया, बीबी अमरो नूं नाल ले ते गुरु अंगद पातशाह जी दरबार दे विच रिश्ते करके कुड़म ने पहला भी कई बारी आए, लेकिन हुण मन करके आए। सेवक बने, 11 साल सेवा की है, 62 साल की उम्र में आए सन, 73 साल की उम्र के जाके गुरियाई की जिम्मेवारी संभाली। इस तरह जीवन बलता है। आप जी गल पहला गल की है ना कि गुरु नानक पातशाह जी चोरां कोल गए, ठगां कोल गए, किन्ना कोल गए, जीवन किवें बदलिया, क्योंकि अंदर बिरती मनन वाली सी, मन लिया। जिन्होंने मन ली गल, परिवार है साधार, गुरु का परिवार है गुरु नानक पातशाह जी का। जेड़े जेड़े गुरु की गल मनणगे वो इस संसार सागर तो आप देखते हैं कि ये भयानक सागर है जिसका जिक्र गुरु साहब ने अगे किया है। इस तरह ये परिवार दे अंदर भी लटक लग जाती है। जे परमात्मा का नाम दिलों मनो मन लिया जाए, जिसने मनिया होया उसकी शरण दे विच आ जाए, कोई उसकी संगत करे, तो वह अपने साथियों के अंदर भी लटक लगा दिंदा है। गुरु साहब कहते हैं, मन्नै तरै तारे गुर सिख, संसार सागर तू परमात्मा दे नाल इकमिक होया, गुरु ते तरिया होया है, लेकिन अपने सिखां नूं भी पार कर दिंदा है। इस संसार एक विशाल सागर है, जिवें आपां देखदे हां ना समुंदर है। समुंदर के एक बन्ने खड़े हो जाओ, तुसीं दूजा बन्ना नहीं लभेगा, क्योंकि समुंदर इतना विशाल है कि एक कंढा किसी एक मुल्क के नाल टच करता है, दूजा कंढा किसी दूजे मुल्क नाल कई कई दिन लगते हैं समुद्री जहाज़ एक कंढे तो जाते दूजे कंढे तक। समान का आदान प्रदान होता है समुद्री इन्हां बेड़ियां राहीं, एक मुल्क तो दूजे मुल्क के भी समान लिया जाता है। तो कई बारी बेड़े डुब जाते हैं, जहाज़ डुब जाते हैं। उस संसार सागर दे विच जिहड़ा ना, ये भी मानो एक भयानक सागर है। उत्थे ते समुंदर दे भी जहाज़ कदी कदाई डुबदे है, लेकिन इत्थे हर बंदा हर रोज़ डुब रहा है, क्योंकि इत्थे की है, जिवें भगत नामदेव जी कहते हैं, लोभ लहर अत नीजर बाजै, काया डूबै केसवा। कहते हैं सच्चे पातशाह, लोभ दियां लहरां चल रही इत्थे, इत्थे कोई बिरला बचदा है, डुब रहा हर बंदा। लोभ लहर अत नीजर बाजै, काया डूबै केसवा। संसार समुंदे तार गोबिंदे, तार लै बाप पीठला। सच्चे पातशाह, इस संसार विशाल समुंदर की न्याई है, मैं तरना नहीं जानता, मैनू तार लै तू। अनिल बेड़ा हूँ खेव ना साकूँ, तेरा पार न पाया बीठला। हो दयाल सतगुर मेल तू मोको, पार उतारे केसवा। कहते है अनिल बेड़ा, कहते मेरा जो बेड़ा है ना, जीवन रूपी बेड़ा, मैं तैयार ही नहीं किया। तो चप्पू लगाते आप देखते हैं किश्ती के विच, तुसीं सारे जानते हो भी चप्पू लगाया जाता है, किश्ती अगे अगे चलती जाती है। ये चप्पू लगाना सी शब्द ने, मन में तैयार ही नहीं किया, चप्पू लगता नहीं, तो मैं संसार सागर दे विच लोभ दियां लहरां विच डुब रहा। तो गुरु साहब कहते हैं कि बई संसार सागर तो गुरु आप तरिया होया तो पार कर दिंदा है। तो भगत नामदेव जी कहते हैं, हो दयाल सतगुरु मेल तू मोको, सच्चे पातशाह कृपा कर गुरु नाल मिला दे, क्योंकि गुरु तरिया होया, मैनू उसने इस शब्द दे चप्पू लगा के पार कर देना। हर जन हर लिव उभरे मेरे मेरी जिंदड़ीए। कहते कि जिन्होंने लिव जोड़ दी ना परमात्मा के नाल, वो इस संसार सागर तू पार हो जाते। हर हर नाम पोत है मेरी जिंदड़ीए, गुर शब्द गुर खेवट शब्द तराया राम। हर हर नाम पोत, पोत होंदा है जहाज़, परमात्मा का नाम जहाज़ है। इस नाम रूपी जहाज़ के उपर आपां बैठे हुए हाँ, तो गुरु शब्द के चप्पू लगा रहे हैं, चप्पू लगा के सानू इस संसार सागर तू पार कर दे। गुर खेवट शब्द तराया राम, इस संसार सागर तू पार कर दिंदा। अगन सागर बूढ़त संसारा, नानक बाँ पकड़ सतगुर निस्तारा। गुरु साहब इस तरीके का सानू ये उदाहरण देंदे है। अंधकूप में परियो प्राणी, कहते हैं कि इस डूंगे खूह दे विच मानो पिया होया डुबिया होया बंदा, पर गुरु साहब कहते कोह नानक प्रभ हो दयारा, गुर भेटा काडे बाँ फरे। जेड़े
सतगुरु की शरण दे विच रहिंदे ना, गुरु उन्हां दी बांह पकड़ के ना इस अन्ने खूह दे विचों बाहर कढ दिंदा उन्हां नूं। इस तरीके दे नाल मन्नै तरੈ तारे गुर सिख, मन्नै नानक भवै ना भिख। हे नानक, दिलों मनों परमात्मा दे नाम नूं मनण दे नाल धिर धिर दी मुथाजी खत्म हो जाती है बंदे दी। बंदा मुथाज क्यों होंदा है? गुरु साहब ने इसकी उदाहरण दी है। कहते बिरथा कहूँ कौन स्यों मन की, लोभ ग्रस्यो दसूं दिस धावत, आसा लाग्यो धन की, सुख कै हेत बहुत दुख पावत, सेव करत जन जन की, द्वारै द्वार स्वान जूं डोलत, ना सुध राम भजन की। बंदा लोभ है, लालच अंदर, धन पदार्थ, मेरी कुर्सी है। ਆਪਾਂ देखते हैं ना अज जो हालत सिख समाज की बड़ी भयानक है। बड़ा दुखांत है साडा कि अपने आप को धार्मिक ते राजनीतिक तल ते सिख कौम के आगू मनण वाले भी दूजिਆਂ ਦੀ सरकारां ਦੀਆਂ ਝੋਲੀਆਂ भी जाके बैठ जाते हैं। मेरी कुर्सी बनी रहे, मेरा ऐशो इशरत के साधन मैनू मिलते रहन, मैनू सिक्योरिटी मिलती रहे, मेरी वाह वाह बाहरले तल ते लोकी करन, भावें मैं सिक्खी के सिद्धांतां नूं, गुरु के सिद्धांतां नूं तलांजलि दे देवां। कितने बंदे तो साडे तो आपां देखते हैं जाके बैठे सरकारां दी झोलियां दे उपर, क्योंकि लोभ ग्रस्यो दसूं दिस धावत, आसा लाग्यो धन की। सुख सहूलतां दी, धन पदार्थां दी, ऐशो इशरत दी, कुर्सी दी, रुतबे दी, गड्डियां दी, कारां दी, सिक्योरिटी दी अंदर लालसा है तो बंदा थिड़क जाता है, तो मुथाजी करना शुरू कर दिंदा है। स्वाना द्वारा द्वार स्वान जूं डोलत, कहते कुत्ते की न्याई उन्हां दा जीवन है। एक घर दे विचों खा के जाता, दूजे घर दे विच फिर जाके उत्ते पूछ मारना शुरू कर दिंदा। ये साडी हालत बन चुकी अज। कहते बंदा डोल जाता है, लेकिन जदों नाम दे नाल जुड़िया होवे ना, किस हो जाची किस आराधी, जा सब को कीता होसी। कहते हैं कि मैं किस दे अगे जाच ना करा, किस दे जाके अगे मैं खुशामद करा। सारिਆਂ ਨੂੰ पैदा करने वाला वो परमात्मा है। जो जो दिसै वड्डा वडेरा, सो सो खाकू रलसी। अज जिन्होंने असीं वड्डे समझ के उन्होंने झोली भी जाके बैठ जाते हैं, गुरु साहब कहते वो भी खाक दे विच रल जाणगे, फिर तेरा रुतबा कित्थे रहेगा? गुरु नूं की मूँह दिखाएगा तू? की दिखा रहा मूँह तू? गुरु के सिद्धांतां नूं बेच के, सिੱਖੀ सिद्धांतां नूं बेच के अज तू जिहड़ा रुतबा लिया होया है, जिहड़े रुतबे तैनूं देण वाले वो भी खाक दे विच रुल जाणगे। इसलिए गुरु साहब कहते हैं सच्चे पातशाह, हर जियो तेरी दाती राजा, मानस बपड़ा क्या सलाही, क्या तिसका मोहताजा। मैं क्यों किसी की मुथाजी करा? सच्चे पातशाह देण वाला तू है, एक है एक तू ही, एक है तू राया, तो कृपा ते सुख पाया, तू सागर हम हंस तुम्हारे, तुम मैं माणक लाला, तू विशाल सागर है। तेरे को सच्चे पातशाह बेअंत खजाने ने, मैं दुनिया के खजाने के लिए किसी की मुथाजी नहीं करना चाहता, क्योंकि मैनू गुरु ने सिद्धांत दिता होया है। तू सागर हम हंस तुम्हारे, तुम मैं माणिक लाला, तुम देवो तिल संक न मानो हम पुंचै, सदा निहाला। मैं सच्चे पातशाह भावें बहुता वधिया मेरे को खाना ना होवे, पीना ना होवे, बहुता वधिया मेरे को पहनना ना होवे, बहुत वड्डा मकान ना होवे, बहुत वड्डा कोई रुतबा ते कुर्सी ना होवे, लेकिन सच्चे पातशाह मैं तेरी शरण दे विच हाँ, क्योंकि तू सब नूं देण वाला। हर जियो तेरी दाती राजा, मैं तेरी दात दिती हुई जिहड़ी है ना, उसकी दात दे विच मैं रजिया होया हाँ। मैनू भुख नहीं है, मैनू लालसा नहीं है, मैनू कोई लोभ नहीं है, मैं थिर थिर की मुताजी खत्म कर दी है। इस तरीके के नाल गुरु साहब कहते हैं ये जीवन बदलता क्यों? ऐसा नाम निरंजन होए जे को मन जाना है मन कोए। लेकिन वही इस गल नूं समझेगा जिहड़ा अपने अंदर नाम प्रति लगन पैदा करेगा। आओ सच्चे पातशाह के चरणों में अरदास बेनती करिए। सच्चे पातशाह कृपा कर, ये संसार एक भयानक सागर है, ये सिੱਖੀ ਦਾ मार्ग जिहड़ा है ये औखा तो है, पर सच्चे पातशाह कृपा करें तो तू मैं इस मार्ग ते तां चल सकता हाँ, और एक कृपा मेरे उत्ते कर ताकि मैं इस मार्ग ते तुरदियां होया जिथे अपने जीवन नूं सफला करा, उत्थे तेरे नाम दे नाल जोड़ के सारिਆਂ ਨੂੰ ये नाम की खुशबू सारे संसार तक फैला सकां। क्योंकि ऐसा नाम निरंजन होए जे को मन जानै मन कोए, ऐसा नाम निरंजन होए जे को मन जानै मन कोए, ऐसा नाम जे को मन जानै मन कोए। अज की पौड़ी की विचार करदिआं अनेकों प्रकार दीआं भुलां गलतियां होणगीआं, बख्श लैना जी। तन तन साहिब श्री गुरु ग्रंथ साहिब जी का कोटान कोट धन्नवाद, जिन्हां दी छत्र छाया हेठ समागम चल रहे हैं। कोटान कोट धन्नवाद आप सारियां संगतां दा जो एकाग्रता दे नाल बैठ के विचार सरवण करते हो।
ਸਿਰਫ ਬੇਨਤੀ ਹੈ ਕਿ ਵਿਚਾਰਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਈਏ, ਕਿਉਂਕਿ ਗੁਰੂ ਦੀ ਵਿਚਾਰ ਹੈ। ਜਿਹੜੀ ਗੁਰੂ ਤੋਂ ਵਿਚਾਰ ਤੋਂ ਉਲਟ ਹੋਵੇ ਕਿਤੇ, ਉਹਨੂੰ ਛੱਡ ਦਿਆ ਕਰੀਏ। ਜਿਹੜੀ ਗੁਰੂ ਦੀ ਵਿਚਾਰ ਹੈ ਜੀਵਨ ਦੇ ਵਿੱਚ ਲਾਗੂ ਕਰੀਏ। ਕੋਟਾਨ ਕੋਟ ਧੰਨਵਾਦ ਪ੍ਰਬੰਧਕ ਵੀਰਾਂ ਦਾ, ਜਿਨ੍ਹਾਂ ਨੇ ਇਹ ਸਮਾਂ ਬਣਿਆ ਹੈ, ਔਰ ਆਪ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਬਹੁਤ ਵਧੀਆ ਇਹ ਸਮਾਗਮ ਉਲੀਕੇ ਨੇ, ਤਾਂ ਕਿ ਇਹਨਾਂ ਸਮਾਗਮਾਂ ਦੇ ਵਿੱਚ ਸਾਨੂੰ ਬੈਠ ਕੇ ਤੇ ਗੁਰੂ ਦੀ ਅਸੀਮ ਰਚਨਾ ਦੀ ਆਪਾਂ ਵਿਚਾਰ ਸਰਵਣ ਕਰਦੇ ਹਾਂ। ਤੋ ਅੱਜ ਆਪਾਂ ਇੱਥੇ ਹੀ ਸਮਾਪਤੀ ਕਰਦੇ ਹਾਂ। ਇੱਕ ਹੋਰ ਸਮਾਗਮ ਦੇ ਵਿੱਚ ਦਾਸਰਿਆਂ ਨੇ ਜਾਣਾ, ਵੀਰ ਪਰਮਜੀਤ ਸਿੰਘ ਹੋਰਾਂ ਨੇ ਵੀ ਜਾਣਾ, ਇਸ ਲਈ ਅੱਜ ਅਰਦਾਸ ਦੇ ਵਿੱਚ ਸ਼ਾਮਲ ਨਹੀਂ ਹੋ ਸਕਾਂਗੇ। 4-5 ਮਿੰਟ ਦਾ ਸਮਾਂ ਉੱਪਰ ਹੋਇਆ, ਜਿਸ ਦੇ ਲਈ ਖਿਮਾ ਦੇ ਜਾਚਕ ਹਾਂ। ਹੋਈ ਭੁੱਲ ਚੁੱਕ ਦੀ ਖਿਮਾ। ਭਾਈ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਉਹ ਆਨੰਦ ਸਾਹਿਬ ਦਾ ਪਾਠ ਕਰਨ। ਆਗਿਆ ਬਖਸ਼ਣੀ ਜੀ। ਹੋਈ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।